पंज कक्कियां दी ओट हेठां शिद्दतां उठे गुरु गोबिंद सिंह जिथों दी ताड़ी मार के मिट्टी ने नक्शा तक्किया लोहे दी नंगी तार दा बत्तियां दे खेमे पुट के अणखां दे चिल्ले चाड़ के गोबिंद ही है साडे आजाद साहां दी लड़ी गोबिंद ही साडी जुबान दा सब तो सुच्चा वाक है गोबिंद ही है साडे आजाद साहां दी लड़ी गोबिंद ही साडी जुबान दा सब तो सुच्चा वाक है जद भी है आना वक्त ने है सीस लैके बाप दा काले से आह पिंड ਚਲੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪਣੇ ਪ੍ਰੋਗਰਾਮ ਦਾ ਦੀ ਸ਼ੁਰੂਆਤ ਆਪਾਂ ਉਸੇ ਅਰਦਾਸ ਨਾਲ ਕਰਦੇ ਹਾਂ ਕਿ ਦੁਨੀਆ ਦੇ ਤੁਸੀਂ ਜਿਹੜੇ ਵੀ ਕੋਨੇ 'ਚੋਂ ਮੈਂ ਆਸ ਕਰਦਾ ਤੁਸੀਂ ਤੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚੋਂ ਤੇ ਤੁਸੀਂ ਤੁਹਾਡਾ ਪਰਿਵਾਰ ਸਾਰੇ ਉਸ ਇਕੱਲਾ ਉਸ ਇੱਕ ਵਾਹਿਗੁਰੂ ਉਸ ਇੱਕ ਰਾਮ ਉਸ ਜੀਸਸ ਦੇ ਨਾਂ ਨਾਲ ਜੁੜੇ ਹੋਏ ਹੋ। ਅਤੇ ਚਲੋ ਇਸੀ ਅਰਦਾਸ ਦੇ ਨਾਲ ਅੱਜ ਜਿਹੜਾ ਮੈਂ ਇਹ ਵੀਡੀਓ ਬਣਾ ਰਿਹਾ ਇਹਦੇ ਵਿੱਚ ਮੈਂ ਤੁਹਾਨੂੰ AK-47 ਅਤੇ AR-15 ਜਿਹੜੀ ਅਮਰੀਕਾ ਨੈਟੋ ਰਾਊਂਡ ਹੈ ਜਾਂ ਨੈਟੋ ਰਾਈਫਲ ਹੈ ਅਤੇ AK-47 ਜਿਹੜੀ ਕਿ ਸੋਵੀਅਤ ਬਲਾਕ ਦੀ ਰਾਈਫਲ ਹੈ ਇਹਨਾਂ ਦੀ ਐਮੂਨੀਸ਼ਨ ਦਾ ਫਰਕ ਸਮਝਾਵਾਂਗਾ। ਦੇਖੋ ਇੱਕ ਤਾਂ ਹੁੰਦੀ ਬੰਦੂਕ ਅਤੇ ਇੱਕ ਹੁੰਦੀ ਐਮੂਨੀਸ਼ਨ। ਜਿਹੜੀ ਐਮੂਨੀਸ਼ਨ ਹੈ ਉਹ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ ਬੰਦੂਕ ਹੈ ਅਤੇ ਮੇਰੇ ਖਿਆਲ ਨਾਲ ਉਹਦੇ ਨਾਲ ਸ਼ਾਇਦ ਜ਼ਿਆਦਾ ਵੀ ਜ਼ਰੂਰੀ ਹੋਵੇ ਕਿਉਂਕਿ ਇੱਕੋ ਤਰੀਕੇ ਦਾ ਜਿਹੜਾ ਰਾਊਂਡ ਹੈ ਉਹ ਤੁਸੀਂ ਵੱਖ-ਵੱਖ ਰਫਲਾਂ ਤੋਂ ਵੀ ਚਲਾ ਸਕਦੇ ਹੋ ਅਤੇ ਅਸਲ ਵਿੱਚ ਜਿਹਨੇ ਜਾ ਕੇ ਟਾਰਗੇਟ 'ਤੇ ਜਾਂ ਤੁਹਾਡੇ ਨਿਸ਼ਾਨੇ ਤੇ ਵੱਜਣਾ ਅਤੇ ਉਹਨੂੰ ਨੁਕਸਾਨ ਪਹੁੰਚਾਉਣਾ ਉਹ ਚੀਜ਼ ਤੁਹਾਡੀ ਐਮੂਨੀਸ਼ਨ ਹੁੰਦੀ ਆ ਜਿਹੜਾ ਰਫਲ ਦਾ ਰਾਊਂਡ। ਅਤੇ ਜਦ ਕਿ ਇਸ ਵੀਡੀਓ ਵਿੱਚ ਮੁੱਖ ਗੱਲ ਅਸੀਂ AR-15 ਅਤੇ AK-47 ਦੇ ਰਾਊਂਡਾਂ ਦੇ ਫਰਕ ਦੀ ਕਰਾਂਗੇ। ਸ਼ੁਰੂਆਤ ਅਸੀਂ ਕਰਦੇ ਹਾਂ ਇੱਕ ਮੈਂ ਤੁਹਾਨੂੰ ਪਿੱਛੇ ਚਾਰਟ ਲੱਗਾ ਮੇਰੇ ਰੀਲੋਡਿੰਗ ਰੂਮ ਵਿੱਚ ਬੜਾ ਵਧੀਆ ਚਾਰਟ ਹੈ ਇਹ ਅਤੇ ਮੈਂ ਕਹਾਂਗਾ ਹਰ ਬੰਦਾ ਇਹਨੂੰ ਜ਼ਰੂਰ ਖਰੀਦੇ। ਅਮੈਰੀਕਨ ਸਟੈਂਡਰਡ ਕੰਪਨੀ ਦਾ ਹੈਗਾ ਇਹ। ਇਹਦੇ ਵਿੱਚ ਜਿੰਨੇ ਵੀ ਰਫਲਾਂ ਦੇ ਸ਼ਾਰਟ ਗੰਨਾਂ ਦੇ ਹੈਂਡ ਗੰਨਾਂ ਦੇ ਮੁੱਖ ਰਾਊਂਡ ਨੇ ਉਹਨਾਂ ਦਾ ਲਾਈਫ ਸਾਈਜ਼ ਤਸਵੀਰ ਇਹਦੇ ਵਿੱਚ ਲੱਗੀ ਹੋਈ ਹੈ। ਲਾਈਫ ਸਾਈਜ਼ ਕਹਿਣ ਦਾ ਮਤਲਬ ਆ ਮੇਰੇ ਕੋਲ 12 ਗੇਜ ਦਾ ਕਿਹੜਾ ਬਰਡ ਸ਼ਾਟ ਹੈ ਇਹ ਤਾਂ ਇੱਥੇ 12 ਗੇਜ ਦਾ ਆਪਾਂ ਲੱਭੀਏ ਕਿੱਥੇ ਹੈਗਾ ਆ 12 ਗੇਜ ਦਾ 3 ਇੰਚ ਦਾ ਹੈਗਾ ਆ ਮੇਰਾ ਹੈਗਾ 2-3/4 ਇੰਚ ਆ ਦੇਖੋ ਬਿਲਕੁਲ ਲਾਈਫ ਸਾਈਜ਼ ਹੈ ਉਨੇ ਹੀ ਸਾਈਜ਼ ਦਾ ਠੀਕ ਹੈ। ਅਤੇ 12 ਗੇਜ ਦੇ ਦੇਖੋ ਇੱਥੇ 2-3 ਤਰੀਕੇ ਦੇ ਰਾਊਂਡ ਲੱਗੇ ਹੋਏ ਨੇ। 12 ਗੇਜ ਦਾ 2-3/4 ਇੰਚ 12 ਗੇਜ ਦਾ 3 ਇੰਚ 12 ਗੇਜ ਦਾ 3.25 ਇੰਚ 3.25 ਇੰਚ ਵਾਲਾ ਥੋੜ੍ਹਾ ਲੰਬਾ ਹੁੰਦਾ ਇਹਦੇ ਨਾਲੋਂ ਇਹ ਸਭ ਤੋਂ ਛੋਟਾ ਰਾਊਂਡ ਹੁੰਦਾ 12 ਗੇਜ ਦਾ। ਤਾਂ ਅੱਡ ਹਾਈਟ ਵਿੱਚ ਆਉਂਦੇ ਨੇ 12 ਗੇਜ ਦੇ ਰਾਊਂਡ। ਇਹ ਸ਼ਾਰਟਗਨ ਦਾ ਸ਼ੈੱਲ ਹੈ ਸ਼ਾਰਟਗਨ ਦਾ ਰਾਊਂਡ ਹੈ ਠੀਕ ਹੈ ਜੀ। ਉੱਦਾਂ ਹੀ ਥੱਲੜੇ ਪਾਸੇ 9 ਮਿਲੀ ਹੈਂਡ ਗੰਨਾਂ ਦੇ ਲਿਖਿਆ ਹੋਇਆ ਉੱਤੇ ਹੈਂਡ ਗੰਨਾਂ ਦੇ ਰਾਊਂਡ ਨੇ ਅਤੇ ਇਹਦੇ ਵਿੱਚ ਅੱਡ ਰਾਊਂਡ ਨੇ। ਸ਼ੁਰੂ ਹੋ ਜਾਂਦਾ 22 ਲੌਂਗ ਰਾਈਫਲ 17 HMR 22 ਮੈਗ ਅਤੇ ਕਰਕੇ ਆ ਵੱਡੇ ਰਾਊਂਡ ਸ਼ੁਰੂ ਹੋ ਜਾਂਦੇ ਨੇ ਥੱਲੇ ਵਾਲੇ ਪਾਸੇ ਇੱਧਰੋਂ ਵੱਧਦੇ ਜਾ ਰਹੇ ਆ ਰਾਊਂਡਾਂ ਦਾ ਵਜ਼ਨ ਜਾਂ ਜਿਹੜਾ ਵੀ ਬੁਲਟ ਦਾ ਵਜ਼ਨ। ਸਭ ਤੋਂ ਵੱਡਾ ਇੱਥੇ ਆ ਜਾਂਦਾ 500 ਸਮਿਥ ਐਂਡ ਵੈਸਨ 500 ਵਿਓਮਿੰਗ 500 ਲੀਨ ਬੋ। ਹੋਰ ਜਿਹੜੇ ਮੁੱਖ ਰਾਊਂਡ ਨੇ 45 ACP ਦਾ ਇਹ ਰਾਊਂਡ ਹੈਗਾ 9 ਮਿਲੀਮੀਟਰ ਲੱਭਦੇ ਆ ਜਿਹੜਾ ਕਿ ਸਭ ਤੋਂ ਪ੍ਰਸਿੱਧ ਆ ਸਭ ਤੋਂ ਜ਼ਿਆਦਾ ਪਾਪੂਲਰ ਵੀ ਹੈਗਾ ਆ ਆਪਾਂ ਕਹਿ ਸਕਦੇ ਹਾਂ। ਆ ਰਿਹਾ 9 ਮਿਲੀਮੀਟਰ ਲੂਗਰ ਰਾਊਂਡ ਹੈਂਡਗਨ 'ਚ ਸਭ ਤੋਂ ਜ਼ਿਆਦਾ ਚਲਾਇਆ ਜਾਂਦਾ। ਦੇਖੋ ਇੱਥੇ ਮਤਲਬ ਮੇਰੇ ਕੋਲ ਰਾਊਂਡ ਵੀ ਹੈਗਾ 9 ਮਿਲੀਮੀਟਰ ਦਾ 9 ਮਿਲੀਮੀਟਰ ਦਾ ਰਾਊਂਡ ਹੈ ਨਾ। ਇਹਦੇ ਵਿੱਚ ਦੇਖੋ ਕਿੱਥੇ 9 ਮਿਲੀਮੀਟਰ ਆ ਰਿਹਾ 9 ਮਿਲੀਮੀਟਰ ਲੂਗਰ ਪੂਰੇ ਦਾ ਪੂਰਾ ਉਨਾ ਹੀ ਹੈ ਨਾ। ਅਤੇ ਹੈਂਡਗਨਾਂ ਵਿੱਚ ਆ ਜਾਂਦਾ 9 ਮਿਲੀਮੀਟਰ 45 ACP ਦਾ ਬੜਾ ਪ੍ਰਸਿੱਧ ਹੈ ਕਿੱਥੇ 45 ACP ਇੱਥੇ ਕਿਤੇ ਹੋਊਗਾ 40 ਸਮਿਥ ਐਂਡ ਵੈਸਨ ਆ ਹੈ ਅਤੇ 380 ਆਟੋ ਛੋਟਾ ਰਾਊਂਡ ਹੈ
45 ACPR ਆ 45, ਇਹ ਵੱਡਾ ਰਾਊਂਡ ਹੁੰਦਾ ਥੋੜਾ। ਤਾਂ ਇਹ ਜੇ ਤੁਸੀਂ ਖਰੀਦ ਲੈਂਦੇ ਹੋ, ਜੇ ਤੁਸੀਂ ਐਮਓ ਨਹੀਂ ਵੀ ਖਰੀਦਦੇ ਤੇ ਇਹ ਜੇ ਤੁਸੀਂ ਚਾਰਟ ਖਰੀਦ ਲੈਂਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੱਡਾ ਕੁ ਬੜਾ ਰਾਊਂਡ ਹੈ। ਕੱਲ ਤੁਸੀਂ ਸੋਚ ਰਹੇ ਹੋ ਮੈਂ ਇਸ ਰਾਊਂਡ ਦੀ ਰਫਲ ਲਵਾਂ ਕਿ ਨਾ ਲਵਾਂ, ਇਹ ਰਾਊਂਡ ਖਰੀਦਾਂ, ਤਾਂ ਤੁਸੀਂ ਇਹ ਚਾਰਟ ਨੂੰ ਦੇਖ ਕੇ ਬਹੁਤ ਕੁਝ ਸਮਝ ਜਾਂਦੇ ਹੋ। ਤੇ ਹੋਰ ਦੇਖੋ ਇੱਧਰ ਆ ਜਿਹੜੇ 4-5 ਰਾਊਂਡ ਲੱਗੇ ਨੇ, ਇਹ ਲੌਂਗ ਡਿਸਟੈਂਸ ਨੇ, ਇਹ ਸਨਾਈਪਰ ਰਾਊਂਡ ਮੰਨੇ ਜਾਂਦੇ ਨੇ। ਸਨਾਈਪਰ ਰਾਊਂਡ ਤਾਂ ਕਾਫੀ ਤੁਸੀਂ ਇਹ ਵੀ ਇਸਤੇਮਾਲ ਕਰ ਸਕਦੇ ਹੋ ਦੂਰ ਤੱਕ, ਪਰ ਇਹ ਲੌਂਗ ਡਿਸਟੈਂਸ ਦੇ ਜਿਹੜੇ ਬਹੁਤ ਜ਼ਿਆਦਾ ਦੂਰੀ ਤੱਕ ਮਾਰਕ ਕਰਦੇ ਨੇ ਉਹ ਰਾਊਂਡ ਨੇ। ਦੇਖੋ ਸਭ ਤੋਂ ਵੱਡਾ ਜਿਹੜਾ ਰਫਲ 'ਚੋਂ ਰਾਊਂਡ ਸ਼ੂਟ ਹੁੰਦਾ 20 ਮਿਲੀਮੀਟਰ ਦਾ, ਇਸ ਤੋਂ ਵੱਡਾ ਕੋਈ ਰਾਊਂਡ ਨਹੀਂ ਹੈਗਾ। ਉਸ ਤੋਂ ਥੱਲੇ ਆ ਜਾਂਦਾ 50 BMG, 50 BMG ਵੀ ਕਿਹਾ ਜਾਂਦਾ ਇਹਨੂੰ। ਫਿਰ ਆ ਜਾਂਦਾ ਅੱਜ ਕੱਲ੍ਹ ਨਵਾਂ ਰਾਊਂਡ, ਇਹ ਐਕਚੁਅਲ ਸਭ ਤੋਂ ਜ਼ਿਆਦਾ ਦੂਰੀ ਤਾਂ ਮੇਰੇ ਹਿਸਾਬ ਨਾਲ ਇਹ ਆ 416 ਬਰੇ, ਕਿੰਗ ਆਫ 2 ਮਾਈਲ ਦੇ ਜਿੰਨੇ ਮੁਕਾਬਲੇ ਨੇ ਅੱਜ ਕੱਲ੍ਹ ਇਹ 416 ਬਰੇ ਜਿੱਤਦਾ। ਹੋਰ ਵੀ ਇੱਕ ਦੋ ਹੋਰ ਰਾਊਂਡ ਨੇ ਇਹਦੇ 'ਚ, ਸਾਰੇ ਤਾਂ ਨਹੀਂ ਦਿੱਤੇ ਹੋਏ ਕਿਉਂਕਿ ਜੇ ਹਰ ਕਿਸੇ ਰਾਊਂਡ ਦੀ ਦੇਣਗੇ ਫੋਟੋ ਤਾਂ ਮੈਨੂੰ ਤਾਂ ਲੱਗਦਾ ਹਜ਼ਾਰਾਂ ਦੀ ਗਿਣਤੀ 'ਚ ਆ ਜੂਗੀ ਲੈ ਅਸਲ 'ਚ, ਪਰ ਇਹ ਮੁੱਖ ਨੇ। ਫਿਰ 338 ਲਪੂਆ ਮਿਲਟਰੀ ਦਾ ਸਨੈਪਰ ਰਾਊਂਡ ਹੈ ਇਹ ਮੇਰਾ ਪਸੰਦੀਦਾ ਰਾਊਂਡ ਹੈ, ਮੈਂ ਇਹਨੂੰ ਜ਼ਿਆਦਾ ਸ਼ੂਟ ਕਰਦਾ। ਮੈਂ ਲੈ ਕੇ ਆਉਂਦਾ ਇੱਕ, ਤੁਹਾਨੂੰ ਦਿਖਾਉਂਦਾ, ਮੇਰੇ ਕੋਲ ਹੈਗਾ ਰਾਊਂਡ ਪਿਆ। ਆ 338 ਲਪੂਆ, ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ। ਦੇਖੋ 338 ਲਪੂਆ ਮੇਰਾ ਰਾਊਂਡ ਥੋੜਾ ਵੱਡਾ ਲੱਗ ਰਿਹਾ ਤਸਵੀਰ ਨਾਲੋਂ, ਕਿਉਂਕਿ ਮੈਂ ਇਹਦੀ ਬੁਲਟ ਨੂੰ ਘੱਟ ਡੂੰਘਾ ਸੀਟ ਕੀਤਾ, ਥੋੜਾ ਬਾਹਰ ਨੂੰ ਕੱਢਿਆ ਹੋਇਆ। ਇਹਦੇ ਐਡਡ ਫਾਇਦੇ ਹੁੰਦੇ ਨੇ, ਪਰ ਜਿਹੜਾ ਸਟੈਂਡਰਡ ਰਾਊਂਡ ਹੁੰਦਾ ਥੋੜਾ ਇਸ ਤੋਂ ਛੋਟਾ ਹੁੰਦਾ। ਤੇ ਆਹ ਮਦਰ ਲੋਡਿੰਗ ਰਾਊਂਡ ਨੇ। ਪੁਰਾਣੇ ਜ਼ਮਾਨੇ 'ਚ ਜਿਹੜੀਆਂ ਮਦਰ ਲੋਡ ਹੁੰਦੀਆਂ ਸੀ, ਮਦਰ ਦੇ ਉੱਤੋਂ ਆਪਾਂ ਸਲੱਗ ਅੰਦਰ ਪਾਉਂਦੇ ਸੀ ਤੇ ਪਿੱਛੇ ਦੀ ਗਨ ਪਾਊਡਰ ਰਾਊਂਡ ਨੂੰ ਚਲਾਉਂਦੇ ਆ। ਇਹ ਮਦਰ ਲੋਡਰ ਰਾਊਂਡ ਨੇ, ਇਹਨਾਂ ਦੇ ਪਿੱਛੇ ਕੋਈ ਐਮੂਨੀਸ਼ਨ ਨਹੀਂ। ਦੇਖੋ ਸਿੱਧਾ ਸਿਰਫ ਬੁਲਟ ਨੂੰ ਅੰਦਰ ਸੁੱਟਿਆ ਜਾਂਦਾ। ਤੇ ਆਹ ਸਾਰੇ ਸ਼ਾਰਟ ਗੰਨਾਂ ਦੇ ਨੇ। ਸ਼ਾਰਟ ਗੰਨਾਂ ਦੇ ਅੱਡ 410 ਗੇਜ ਦੀ ਸਭ ਤੋਂ ਛੋਟਾ ਪਤਲਾ ਹੁੰਦਾ, ਫਿਰ 410 3 ਇੰਚ, 32 ਗੇਜ, 28 ਗੇਜ, 24 ਗੇਜ, 20 ਗੇਜ, 16 ਗੇਜ, 12 ਗੇਜ, 10 ਗੇਜ, 8 ਗੇਜ। ਤਾਂ ਜਿੱਦਾਂ ਕਿ ਇਹ ਨੰਬਰ ਘੱਟਦੇ ਨੇ ਸ਼ਾਰਟ ਗੰਨਾਂ ਦੇ ਰਾਊਂਡ, ਤੁਸੀਂ ਦੇਖ ਰਹੇ ਹੋ ਰਾਊਂਡ ਹੋਰ ਵੱਡਾ ਤੇ ਮੋਟਾ ਭਾਰਾ ਹੋ ਜਾਂਦਾ। ਤਾਂ 8 ਗੇਜ ਮਤਲਬ ਸਭ ਤੋਂ ਭਾਰਾ, ਸਭ ਤੋਂ ਮੋਟਾ, ਸਭ ਤੋਂ ਜ਼ਿਆਦਾ ਪੈਲਟ ਹੁੰਦੇ ਨੇ 8 ਗੇਜ 'ਚ। 410 ਸਭ ਤੋਂ ਛੋਟਾ। ਜਿੱਦਾਂ ਨੰਬਰ ਵੱਧਦਾ ਉੱਦਾਂ ਰਾਊਂਡ ਦਾ ਸਾਈਜ਼ ਘੱਟਦਾ ਸ਼ਾਰਟ ਗੰਨ 'ਚ। ਤੇ ਆ ਫਿਰ ਅਲੱਗ ਇਹ BB ਸ਼ਾਟ ਆ ਜਾਂਦੇ ਨੇ, ਡਬਲ ਉਹ ਬੱਕ ਵੀ ਆ ਜਾਂਦਾ, XXX ਲੋਡ ਆ ਜਾਂਦਾ, ਸਲੱਗ 'ਚ ਲੋਹੇ ਦਾ ਅੱਗੇ ਪੂਰਾ ਦਾ ਪੂਰਾ ਹੋ ਜਾਂਦਾ। ਆਹ ਨੌਨ ਲੀਥਲ ਨੇ, ਰਬੜ ਦੇ ਕੁਛ ਬੁਲਟ ਨੇ। ਫਿਰ ਆਹ ਰਫਲਾਂ ਵਾਲੇ ਬੁਲਟ ਸ਼ੁਰੂ ਹੋ ਜਾਂਦੇ ਨੇ ਉਹਦੇ ਤੋਂ। ਆਹ ਸਾਰੇ ਰਾਈਫਲ ਬੁਲਟ ਨੇ, ਦੇਖੋ ਕਿੰਨੇ ਅੱਡ ਤਰੀਕਿਆਂ ਦੇ ਨੇ। ਇਹਦੇ ਵਿੱਚ ਜਿਹੜਾ ਮੁੱਖ ਬੁਲਟ ਜਿਹਦੀ ਆਪਾਂ ਗੱਲ ਕਰਨੀ ਹੈ, ਅੱਛਾ ਇਹਦੇ ਵਿੱਚ ਅੱਡ ਬੁਲਟ ਨੇ। ਤੁਸੀਂ ਦੇਖੋ 375 ਡਕੋਟਾ, 400 ਵਿਨ। ਮੈਂ ਵੱਡੇ ਮੇਨ ਤੁਹਾਨੂੰ ਦੱਸ ਦਿੰਦਾ ਜਿਹੜੇ ਕਿ ਜ਼ਿਆਦਾ ਚੱਲਦੇ ਨੇ। ਤੇ 350 ਰੈਮਿੰਗਟਨ ਮੈਗਨਮ, 338 ਫੈਡਰਲ, 30 ਨੋਜ਼ਲਰ, 7.62x54R, 308 ਵਿੰਚੈਸਟਰ ਵੀ ਕਿਹਾ ਜਾਂਦਾ ਇਹਨੂੰ। ਤੇ ਇਹ ਬੜਾ ਪੋਪੂਲਰ ਮਿਲਟਰੀ ਦਾ ਸਨਾਈਪਰ ਰਾਊਂਡ ਰਿਹਾ। ਬਾਕੀ ਹੋਰ ਵਧੀਆ ਰਾਊਂਡਾਂ ਦੇ ਆਉਣ ਤੋਂ ਪਹਿਲਾਂ ਆ ਰਿਹਾ 308 ਵਿੰਚੈਸਟਰ। ਤੇ ਆਈ ਥਿੰਕ ਇਹ ਵੱਖਰੇ ਰਾਊਂਡ ਨੇ, 7.62x54 ਤੇ 308 ਵਿੰਚੈਸਟਰ ਅੱਡ ਰਾਊਂਡ ਨੇ। ਆਹ 308 ਵਿੰਚੈਸਟਰ ਪਹਿਲਾਂ ਨਵੇਂ ਰਾਊਂਡਾਂ ਤੋਂ, ਜਿਹੜੇ ਕਿ 338 ਲਪੂਆ ਜਾਂ 65 ਕ੍ਰੀਡਮੋਰ ਦੇ ਆਉਣ ਤੋਂ ਪਹਿਲਾਂ ਫੌਜ ਦਾ ਸਭ ਤੋਂ ਪਸੰਦੀਦਾ ਸਨਾਈਪਰ ਰਾਊਂਡ ਇਹੀ ਮੰਨਿਆ ਜਾਂਦਾ ਸੀ। ਅੱਜ ਕੱਲ੍ਹ ਵੀ ਬਹੁਤ ਜ਼ਿਆਦਾ ਪੋਪੂਲਰ ਆ 308 ਵਿੰਚੈਸਟਰ। ਤੇ ਹੁਣ ਆ ਜਾਂਦੇ ਆ ਰਿਹਾ ਜੀ AK-47 ਦਾ ਰਾਊਂਡ, 7.62x39 ਮਿਲੀਮੀਟਰ। ਅਸੀਂ ਇਹਨੂੰ ਅਸਲ 'ਚ ਦੇਖਾਂਗੇ, ਪਰ ਇਹ AK-47 ਦਾ ਰਾਊਂਡ ਹੈ। ਜੇ AK-47 ਦਾ ਹੈਗਾ, ਤੇ ਜਿਹੜਾ ਆਪਣਾ AR-15 ਦਾ ਰਾਊਂਡ ਹੈਗਾ ਉਹ ਹੈਗਾ 5.56 ਮਿਲੀਮੀਟਰ ਬਾਈ 45। ਆਪਾਂ ਉਹਨੂੰ ਲੱਭੀਏ ਕਿੱਥੇ ਹੈਗਾ ਉਹ 5.56 ਬਾਈ 45, ਇੱਥੇ ਹੀ ਕਿਤੇ ਹੋਣਾ। ਆ ਰਿਹਾ ਦੇਖੋ ਜੀ 223 ਰਮਿੰਗਟਨ ਤੇ 5.56 ਬਾਏ ਜਿਹੜਾ 45 ਜਿਹੜਾ ਰਾਊਂਡ ਹੈ, ਤਕਰੀਬਨ ਸੇਮ ਹੈਗਾ। ਬਟ ਉਹਦੇ 'ਚ ਬਹੁਤ ਵੱਖਰਾ ਜਾਂ ਮਾਈਨਰ ਜਿਹਾ ਫਰਕ ਹੈਗਾ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਮੈਂ ਲੱਭਦਾ ਸ਼ਾਇਦ 556 ਨੂੰ ਅੱਡ ਦਿਖਾਇਆ ਹੋਵੇ ਜਾਂ ਉਹਨੂੰ 223 ਨਾਲ ਹੀ ਮਿਕਸ ਕੀਤਾ ਹੋਵੇ। ਮੇਰੇ ਖਿਆਲ ਨਾਲ ਉਹਨੂੰ ਅੱਡ ਨਹੀਂ ਦਿਖਾਇਆ, 223 ਰਮਿੰਗਟਨ ਨੂੰ ਹੀ 556 ਮੰਨਿਆ ਇਹਦੇ ਵਿੱਚ, ਜੋ ਕਿ ਤਕਰੀਬਨ ਸਹੀ ਗੱਲ ਹੀ ਹੈਗੀ ਹੈ। ਥੋੜ੍ਹਾ ਜਿਹਾ ਹੀ ਫਰਕ ਹੈ ਇਹਨਾਂ 'ਚ। ਤੇ ਆ ਜਿਹੜਾ ਹੈਗਾ ਇਹ US ਆਰਮੀ ਦਾ ਰਾਊਂਡ ਆ, ਤੇ ਆ ਆਪਣਾ AR-15 ਦਾ।
ਤੇ ਆ ਜਿਹੜਾ AK-47 ਦਾ 7.62 ਬਾਏ 39 ਮਿਲੀਮੀਟਰ, ਇਹ ਦੋ ਗੱਲਾਂ ਦੀ ਰਾਊਂਡ ਗੱਲ ਕਰਾਂਗੇ। ਉਸ ਤੋਂ ਪਹਿਲਾਂ ਇੱਕ ਤੁਹਾਨੂੰ ਹੋਰ ਰਾਊਂਡ ਦਿਖਾ ਦਿੰਦੇ ਆ। ਇਹ 6.5 ਕਰੀਡਮੋਰ ਹੈਗਾ, ਤੇ ਇਹ ਜਿਹੜਾ ਰਾਊਂਡ ਹੈਗਾ ਇਹ ਵੀ ਬਹੁਤ ਵਧੀਆ ਸਨੈਪਰ ਰਾਊਂਡ ਹੈ। ਤੇ ਪਰ ਚਲੋ ਇਹਨਾਂ ਨੂੰ ਹੁਣ ਤਸਵੀਰ ਦੀ ਬਜਾਏ ਅਸੀਂ ਜਾ ਕੇ ਇਹਨੂੰ ਖੋਲ ਕੇ ਤੁਹਾਨੂੰ ਮੈਂ ਰਾਊਂਡ ਅਸਲ ਉਹਨੂੰ ਬਿਲਕੁਲ ਨੇੜੇ ਦੀ ਕੈਮਰੇ ਤੇ ਉੱਤੇ ਦੇਖਦੇ ਹਾਂ, ਤੇ ਉਹਨਾਂ ਦੇ ਫਰਕ ਦੇਖਦੇ ਹਾਂ ਤੇ ਸਮਝਦੇ ਹਾਂ ਉਹਦਾ ਕੀ ਫਾਇਦਾ ਕੀ ਨੁਕਸਾਨ। ਲਓ ਵੀਰ ਜੀ, ਤੇ ਹੁਣ ਅਸੀਂ ਆ ਗਏ ਹਾਂ, ਤੇ ਲਓ ਜੀ ਦੇ ਦਰਸ਼ਨ ਕਰਦੇ ਹਾਂ। ਆ ਜਿਹੜੇ ਦੋ ਤੁਹਾਨੂੰ ਅੱਗੇ ਰਾਊਂਡ ਪਏ ਨਜ਼ਰ ਆ ਰਹੇ ਨੇ, ਇਹ ਹੈਗਾ ਆਪਣਾ ਆ ਜਿਹੜਾ ਖੱਬੇ ਵਾਲਾ ਆ, ਇਹ ਵਾਲਾ, ਇਹ ਹੈਗਾ 5.56 ਮਿਲੀਮੀਟਰ, ਤੇ ਆ ਜਿਹੜਾ ਪਿਆ ਇਹ AK-47 ਦਾ 7.62 ਬਾਏ 39 ਮਿਲੀਮੀਟਰ, ਤੇ ਇਹ ਹੈਗਾ 5.56 ਬਾਏ 45 ਮਿਲੀਮੀਟਰ। ਤੇ ਇਹਨਾਂ ਬਾਰੇ ਥੋੜ੍ਹੀ ਡਿਟੇਲ 'ਚ ਗੱਲ ਕਰਦੇ ਹਾਂ। ਤੇ ਦੁਬਾਰਾ ਕਲੈਰੀਫਿਕੇਸ਼ਨ ਵਾਸਤੇ, ਆਹ ਨੇਟੋ ਰਾਊਂਡ ਆ ਅਮਰੀਕਾ ਦੀ ਫੌਜ ਦਾ, ਆਹ ਵਾਰਸਾ ਪੈਕਟ ਦੀ ਜਿੰਨੀ ਕੰਟਰੀਆਂ, ਰਸ਼ੀਆ, ਉਹਨਾਂ ਦਾ ਰਾਊਂਡ ਵਰਤਿਆ ਜਾਂਦਾ। AK-47 ਦਾ ਰਾਊਂਡ ਹੈ ਇਹ, ਤੇ ਇਹਨਾਂ ਦਾ ਫਰਕ ਤੁਹਾਨੂੰ ਦੇਖ ਕੇ ਥੋੜ੍ਹਾ ਬਹੁਤਾ ਵੈਸੇ ਹੀ ਨਜ਼ਰ ਆ ਰਿਹਾ ਹੋਣਾ, ਪਰ ਥੋੜ੍ਹਾ ਜਿਹਾ ਹੁਣ ਇਹਨੂੰ ਹੋਰ ਡਿਟੇਲ 'ਚ ਇਹਦੀ ਗੱਲ ਕਰਾਂਗੇ। ਤੇ ਇਹਨੂੰ ਥੋੜ੍ਹੇ ਦੇਰ ਲਈ AK-47 ਦੇ ਰਾਊਂਡ ਨੂੰ ਅਸੀਂ ਪਾਸੇ ਰੱਖ ਦਿੰਦੇ ਹਾਂ, ਤੇ ਪਹਿਲਾਂ ਆਪਾਂ ਸਮਝਦੇ ਹਾਂ ਅਮਰੀਕਾ ਵਾਲੀ ਰਾਊਂਡ ਨੂੰ, ਨੈਟੋ ਰਾਊਂਡ ਜਿਹਨੂੰ ਕਿਹਾ ਜਾਂਦਾ। ਤੇ ਇਹ ਜਿਹੜਾ ਰਾਊਂਡ ਹੈ ਇਹਦੀ ਪਹਿਲਾਂ ਥੋੜ੍ਹੀ ਆਪਾਂ ਨੂੰ ਹਿਸਟਰੀ ਜਾਣਨੀ ਜ਼ਰੂਰੀ ਹੈ ਕਿ ਜਦ ਵੀਅਤਨਾਮ ਵਾਰ ਲੱਗੀ ਤੇ ਉਸ ਵਿੱਚ ਜਦ ਕਿ ਉਸ ਵੇਲੇ ਅਮਰੀਕਾ ਦੀ ਫੌਜ ਵਰਤਦੀ ਸੀ M14 ਕਰਕੇ ਇੱਕ ਰਫਲ ਹੁੰਦੀ ਸੀ, ਜਿਹਦੇ ਵਿੱਚ ਆਹ ਰਾਊਂਡ ਫਾਇਰ ਕੀਤਾ ਜਾਂਦਾ ਸੀ। ਇਹ ਰਾਊਂਡ ਵਰਲਡ ਵਾਰ 2 'ਚ, ਦੂਜੀ ਵਿਸ਼ਵ ਯੁੱਧ 'ਚ ਵਰਤਿਆ ਗਿਆ, ਤੇ ਇਹ ਰਾਊਂਡ ਨੂੰ ਕਿਹਾ ਜਾਂਦਾ ਹੈ 7.62 ਮਿਲੀਮੀਟਰ ਬਾਏ 51 ਮਿਲੀਮੀਟਰ। ਤੇ ਦੇਖੋ ਵੱਡਾ ਰਾਊਂਡ ਹੈ ਖਾਸਾ, ਇਹਦਾ ਜਿਹੜਾ ਰਾਊਂਡ ਵੀ ਮੋਟਾ ਆ, 7.62 ਮਿਲੀਮੀਟਰ ਦਾ ਆ, ਇਹਦਾ ਕੇਸਿੰਗ ਵੀ ਵੱਡਾ, ਪਾਊਡਰ ਵੀ ਜ਼ਿਆਦਾ। ਹੁਣ ਇਹਦੇ ਫਾਇਦੇ ਨੁਕਸਾਨ ਇਹ ਸਨ ਕਿ ਫਾਇਦਾ ਇਹ ਸੀ ਕਿ ਇਹਦੀ ਸਟਾਪਿੰਗ ਪਾਵਰ, ਰੋਕਣ ਦੀ ਸ਼ਕਤੀ ਬਹੁਤ ਸੀ, ਇਹ ਦੂਰ ਤੱਕ ਜਾਂਦਾ ਸੀ, ਤੇ ਪਰ ਇਹਨੂੰ ਚੱਕਣਾ, ਵਜਨ ਬਹੁਤ ਭਾਰੀ ਹੋ ਜਾਂਦਾ ਸੀ, ਤੇ ਇੱਕੋ ਮੈਗਜ਼ੀਨ ਜਿੰਨੇ ਚੱਕਣਾ, ਤੇ ਉੱਪਰੋਂ ਜੇ ਫੁੱਲ ਆਟੋ, ਉਸ ਵੇਲੇ ਹੁਣ ਸੈਮੀ ਆਟੋਮੈਟਿਕ ਤੇ ਫੁੱਲ ਆਟੋਮੈਟਿਕ ਬੰਦੂਕਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ, ਤੇ ਉਹ ਜਿਹੜੀ ਰਫਲ ਵਿੱਚ ਇਹਨੂੰ ਚਲਾਉਣਾ ਫੁੱਲ ਆਟੋ ਮੋਡ ਵਿੱਚ ਬਹੁਤ ਔਖਾ ਹੋ ਜਾਂਦਾ ਸੀ, ਤੇ ਜਿਹੜਾ ਵੀ ਇੱਕ ਸਿਪਾਹੀ ਆ ਉਹਨੂੰ ਚਲਾ ਰਿਹਾ ਉਹਦੇ ਨਿਯੰਤਰਣ 'ਚ ਨਹੀਂ ਸੀ ਰਹਿੰਦੀ ਬੰਦੂਕ ਜਦ ਇਹਨੂੰ ਫੁੱਲ ਆਟੋ ਮੋਡ ਵਿੱਚ ਉਹ ਚਲਾਉਂਦਾ ਸੀ। ਤੇ ਇਸ ਕਰਕੇ ਅਮਰੀਕਨ ਫੌਜ ਨੇ ਸੋਚਿਆ ਕਿ ਸਾਨੂੰ ਕੋਈ, ਉਹਨੂੰ ਕਿਹਾ ਇਹਨਾਂ ਨੇ ਇੰਟਰਮੀਡੀਏਟ ਕੈਟਰੇਜ ਚਾਹੀਦਾ, ਵੀ ਇਹ ਮਸ਼ੀਨ ਗਨ ਵਾਸਤੇ ਤਾਂ ਠੀਕ ਹੈ ਜਿਹੜੀ ਕਿ ਸਟੈਂਡ ਸਟੂਡ 'ਤੇ ਲੱਗੀ ਹੈ, ਪਰ ਇੱਕ ਜਿਹੜਾ ਸਿਪਾਹੀ ਹੈ ਉਹਨੂੰ ਕੈਰੀ ਕਰਨ ਵਾਸਤੇ ਕੋਈ ਛੋਟਾ ਰਾਊਂਡ ਚਾਹੀਦਾ। ਤੇ ਕਿਉਂਕਿ ਜਦ ਇਹਨਾਂ ਦਾ ਮੁਕਾਬਲਾ ਹੋਇਆ ਉੱਥੇ ਵੀਅਤਨਾਮ ਵਿੱਚ AK-47 ਨਾਲ, AK-47 ਨਾਲ, ਤੇ ਇਹਨਾਂ ਨੇ ਦੇਖਿਆ ਕਿ ਇਹ ਰਾਊਂਡ ਜ਼ਿਆਦਾ ਭਾਰੀ ਹੈ, ਇਹਨਾਂ ਦੇ ਬੰਦੇ ਰਾਊਂਡ ਵੀ ਘੱਟ ਕੈਰੀ ਕਰਦੇ ਨੇ, ਥੱਕ ਵੀ ਛੇਤੀ ਜਾਂਦੇ ਨੇ, ਤੇ ਉਹਦਾ ਮੁਕਾਬਲਾ ਨਹੀਂ ਕਰ ਪਾ ਰਹੇ। ਤੇ ਉਹਦੇ ਕਰਕੇ 1947 ਵਿੱਚ ਰਮਿੰਗਟਨ ਕਰਕੇ ਕੰਪਨੀ ਤੇ ਆਰਮਾਲਾਈਟ ਕੰਪਨੀ ਨੂੰ ਦਿੱਤਾ ਗਿਆ ਵੀ ਤੁਸੀਂ ਰਿਸਰਚ ਕਰਕੇ ਕੋਈ ਨਵੀਂ ਬੰਦੂਕ ਬਣਾਓ। ਤਾਂ ਆਰਮਾਲਾਈਟ ਕੰਪਨੀ ਨੇ ਉਸ ਵੇਲੇ ਬੰਦੂਕ 1957 'ਚ ਉਹਨਾਂ ਨੂੰ ਕਿਹਾ ਗਿਆ, ਤੇ ਉਹਨਾਂ ਨੇ ਮੇਰੇ ਖਿਆਲ ਨਾਲ 1959 ਵਿੱਚ ਪਹਿਲਾ ਟਰਾਇਲ ਕੀਤਾ AR-15, ਜਿਹਨੂੰ ਪਹਿਲਾਂ ਕਿਹਾ ਜਾਂਦਾ ਆਰਮਾਲਾਈਟ ਰਾਈਫਲ। AR ਦਾ ਮਤਲਬ ਇਹ ਨਹੀਂ ਹੁੰਦਾ ਅਸੌਲਟ ਰਾਈਫਲ, ਆਰਮਾਲਾਈਟ ਰਾਈਫਲ। ਤੇ ਉਹਨਾਂ ਨੇ ਟਰਾਇਲ ਕੀਤੇ, ਤੇ ਉਹ ਟਰਾਇਲਾਂ ਵਿੱਚੋਂ ਬੰਦੂਕ ਉਹਨਾਂ ਨੇ ਜਿਹੜਾ ਕੈਟਰੇਜ ਫਾਇਰ ਕੀਤਾ ਉਹਨੂੰ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ 223 ਰਮਿੰਗਟਨ। ਜਿਹੜਾ 223 ਰਮਿੰਗਟਨ ਰਾਊਂਡ ਹੈਗਾ, ਇਹ ਜਿਹੜਾ ਹੈਗਾ ਇਹ ਤਕਰੀਬਨ ਬਿਲਕੁਲ ਇਹਦੇ ਨਾਲ ਮੇਲ ਜੋਲ ਖਾਂਦਾ। ਇਹ 5.56 ਬਾਅਦ ਵਿੱਚ ਬਣਿਆ, ਪਹਿਲਾਂ 223 ਰਮਿੰਗਟਨ ਫਾਇਰ ਹੋਇਆ, ਤਕਰੀਬਨ ਸੇਮ ਹੀ ਰਾਊਂਡ ਹੈਗਾ। ਤੇ ਉਹ ਜਿਹੜਾ ਰਾਊਂਡ ਸੀ ਉਹ 55 ਗ੍ਰੇਨ ਦਾ ਉਹਨਾਂ ਨੇ ਬਣਾਇਆ, ਫੁੱਲ ਮੈਟਲ ਜੈਕਟ ਦਾ। ਤੇ ਉਹਨਾਂ ਨੂੰ ਜੋ ਦਿੱਤਾ ਗਿਆ ਸੀ, ਇੱਕ ਉਹਨਾਂ ਦਾ ਮਕਸਦ ਸੀ ਵੀ ਤੁਸੀਂ ਰਾਊਂਡ ਇਹੋ ਜਿਹਾ ਬਣਾਉਣਾ
ਕਿ ਜਿਹੜਾ ਕਿ 500 ਯਾਰਡ ਤੇ ਵੀ ਇੱਕ ਜੇ ਬੁਲਟ ਪ੍ਰੂਫ ਹੈਲਮਟ ਨੂੰ ਭੰਨ ਸਕੇ। ਤੇ ਇਹ ਉਹਨਾਂ ਦਾ ਮੇਨ ਜਿਹੜਾ ਉਹਨਾਂ ਨੂੰ ਮਕਸਦ ਸੀ ਤੇ ਉਹਨਾਂ ਨੇ ਬਣਾਇਆ। ਤੇ ਉਹਦਾ ਜਿਹੜਾ ਰਫਲ ਦਾ ਵਜਨ ਹੋਵੇ ਉਹ 6 ਪਾਉਂਡ ਤੋਂ ਜ਼ਿਆਦਾ ਨਾ ਹੋਵੇ, ਇੱਕ ਪੂਰੀ ਲੋਡਡ ਮੈਗਜ਼ੀਨ ਨਾਲ, ਤੇ ਮੈਗਜ਼ੀਨ ਵਿੱਚ 20 ਰਾਊਂਡ ਹੋਣ। ਸੈਮੀ ਆਟੋ 'ਚ ਵੀ ਚੱਲੇ, ਫੁੱਲ ਆਟੋ 'ਚ ਵੀ ਚੱਲੇ। ਤੇ ਉਹ ਨਾਲ ਦੀ ਨਾਲ ਹੈਲਮਟ ਨੂੰ ਵੀ ਭੰਨੇ 500 ਯਾਰਡ ਤੇ ਇੱਕ .135 ਇੰਚ ਦੀ ਸਟੀਲ ਪਲੇਟ ਨੂੰ ਵੀ 500 ਯਾਰਡ 'ਚ ਪੈਨੀਟਰੇਟ ਕਰੇ। ਤੇ ਉਹਦੀ ਜਿਹੜੀ ਵੂੰਡ ਕੈਪੇਬਿਲਿਟੀ ਹੈਗੀ ਆ, ਜ਼ਖਮੀ ਕਰਨ ਦੀ ਜੋ ਸ਼ਮਤਾ ਹੈ, ਉਹ ਤਕਰੀਬਨ ਜਿਹੜੀ ਉਹਨਾਂ ਦੀ ਪਹਿਲਾਂ ਪੁਰਾਣਾ ਰਾਊਂਡ ਆ, ਵੱਡਾ ਰਾਊਂਡ, ਇੰਨੀ ਕੁ ਹੀ ਹੋਵੇ। ਤੇ ਇਹ ਇਹਨਾਂ ਨੂੰ ਪੈਮਾਨੇ ਦਿੱਤੇ ਗਏ ਜਿਹਦੇ ਹਿਸਾਬ ਨਾਲ ਉਹਨਾਂ ਨੇ ਇਹ 223 ਰਿਮਿੰਗਟਨ ਦਾ, .223 ਰਿਮਿੰਗਟਨ ਕਿਹਾ ਜਾਂਦਾ, ਇਹਦਾ ਰਾਊਂਡ ਬਣਾਇਆ। .223 ਦਾ ਮਤਲਬ ਹੁੰਦਾ 0.223 ਇੰਚ। ਜੇ ਉਹਨੂੰ ਤੁਸੀਂ ਕਨਵਰਟ ਕਰੋ ਮਿਲੀਮੀਟਰ 'ਚ ਤਾਂ 5.55 ਮਿਲੀਮੀਟਰ ਬਣਦਾ, ਤੇ ਤਾਂ ਇਹਨੂੰ 5.56 ਵੀ ਕਿਹਾ ਜਾਂਦਾ। ਤੇ ਤਦ ਇਹ ਰਾਊਂਡ ਬਣਾਇਆ ਗਿਆ। ਉਸ ਵੇਲੇ ਰਾਊਂਡ 55 ਗ੍ਰੇਨ ਦਾ ਸੀ, ਜਿਹੜਾ 223 ਰਿਮਿੰਗਟਨ ਦਾ ਰਾਊਂਡ ਹੁੰਦਾ। ਤੇ ਇਹਨੇ ਉਹ ਸਾਰੇ ਟੈਸਟ ਪਾਸ ਕੀਤੇ ਤੇ ਇਹਨੂੰ ਅਪਣਾ ਲਿਆ ਗਿਆ। 1959 ਵਿੱਚ ਉਹਨਾਂ ਨੂੰ ਆਰਡਰ ਦਿੱਤੇ ਗਏ ਤੇ ਪਹਿਲੀਆਂ ਬੰਦੂਕਾਂ 에ਅਰਫੋਰਸ ਨੇ ਖਰੀਦੀਆਂ। ਤੇ ਉਸ ਤੋਂ ਬਾਅਦ ਇਹ ਰਾਊਂਡ ਨੂੰ 1970 ਵਿੱਚ ਨੈਟੋ ਸਟੈਂਡਰਡ ਕਰਕੇ ਅਪਣਾ ਲਿਆ ਗਿਆ। ਨੇਟੋ ਦੀ ਸਾਰੀ ਕੰਟਰੀਆਂ ਨੇ ਇਹਨੂੰ ਅਪਣਾ ਲਿਆ। ਪਰ ਉਸ ਵੇਲੇ ਇਸ ਰਾਊਂਡ ਨੂੰ ਹੋਰ ਵਧੀਆ ਕੀਤਾ ਗਿਆ, ਤਾਂ 223 ਰਿਮਿੰਗਟਨ ਨੂੰ ਹੋਰ ਇੰਪਰੂਵ ਕਰਕੇ ਉਹਨਾਂ ਨੇ ਬਣਾਇਆ 5.56 ਬਾਈ 45 ਮਿਲੀਮੀਟਰ ਨੈਟੋ। ਆ ਜਿਹੜਾ ਤੁਹਾਡੇ ਸਾਹਮਣੇ ਪਿਆ ਰਾਊਂਡ ਹੈ। ਤੇ ਉਹਦੇ ਵਿੱਚੋਂ ਤੇ ਉਹਨਾਂ ਨੇ ਫਿਰ ਇਸ ਨੂੰ ਨੈਟੋ ਕੰਟਰੀਆਂ ਨੇ ਇਹਨੂੰ, ਦੇਸ਼ਾਂ ਨੇ ਇਹਨੂੰ ਅਪਣਾ ਲਿਆ। ਪਰ ਇਹ ਜਿਹੜਾ 1970 'ਚ ਰਾਊਂਡ ਬਣਾਇਆ, ਇਹ ਇੱਕ ਕੰਪਨੀ ਹੈਗੀ FN ਹਸਟਲ, ਉਸਨੇ ਇਸ ਰਾਊਂਡ ਦੀ ਡਿਵੈਲਪਮੈਂਟ ਕੀਤੀ। ਤੇ ਉਹ ਮੇਰੇ ਖਿਆਲ ਨਾਲ ਹੈਗੀ ਸੀ ਬੈਲਜੀਅਮ ਦੀ ਕੰਪਨੀ ਸੀ। ਤੇ ਆਹ ਜਿਹੜਾ ਤੁਸੀਂ ਰਾਊਂਡ ਦੇਖ ਰਿਹਾ ਜੇ ਉਹ ਹੈ, ਇਹ ਉਹੀ ਰਾਊਂਡ ਹੈ ਨੈਟੋ ਦਾ 5.56 ਬਾਈ 45 ਮਿਲੀਮੀਟਰ। ਤਾਂ ਪਹਿਲਾਂ ਤਾਂ ਇਹ ਦੇਖੀਏ ਕਿ ਇਹਨੂੰ ਆਹ ਕਿਉਂ ਕਿਹਾ ਜਾਂਦਾ 5.56 ਬਾਈ 45 ਮਿਲੀਮੀਟਰ, ਹੈ ਨਾ। ਤੇ ਇਹਦੇ ਬਾਰੇ ਗੱਲ ਕਰਦੇ ਹਾਂ। 5.56 ਦਾ ਭਾਵ ਇਹ ਹੁੰਦਾ ਜਦ ਕੋਈ ਵੀ ਰਾਊਂਡ ਦਾ ਉਹ ਕੈਲੀਬਰ ਦੱਸਿਆ ਜਾਂਦਾ। ਕੈਲੀਬਰ ਮਤਲਬ ਕਿ ਉਹਦਾ ਸਭ ਤੋਂ ਮੋਟਾ ਡਾਇਆਮੀਟਰ ਕਿੰਨਾ। ਤੇ ਲਓ ਇਹਨੂੰ ਚੈੱਕ ਕਰਦੇ ਹਾਂ ਆਪਾਂ। ਆਹ ਡਿਜੀਟਲ ਕੈਲੀਬਰ ਹੈਗਾ ਮੇਰੇ ਕੋਲ, ਇਹਨੂੰ ਚੈੱਕ ਕਰੋ। ਦੇਖੋ ਜੀ, ਇਹ ਤੁਹਾਨੂੰ ਇਹਦਾ ਡਾਇਆਮੀਟਰ ਨਜ਼ਰ ਆ ਜਾਏਗਾ। 5.67 ਦੱਸ ਰਿਹਾ, ਬਟ 5.56 ਦੇ ਆਲੇ ਦੁਆਲੇ ਹੈਗਾ। ਉਹ ਥੋੜ੍ਹਾ ਬਹੁਤਾ ਹਰ ਰਾਊਂਡ ਤੋਂ ਰਾਊਂਡ ਬੁਲਟ 'ਚ ਥੋੜ੍ਹਾ ਫਰਕ ਹੁੰਦਾ, ਬਟ ਇਹ ਤੁਹਾਨੂੰ ਨਜ਼ਰ ਆ ਰਿਹਾ 5.66 ਮਿਲੀਮੀਟਰ, ਹੈ ਨਾ ਜੀ। ਤਾਂ ਇਹਨੂੰ 5.56 ਮਿਲੀਮੀਟਰ ਹੈ। ਥੋੜ੍ਹਾ ਕਿਤੇ ਹੋਰ ਦੇਖਾਂਗੇ ਤਾਂ ਤੁਹਾਨੂੰ 5.56 ਵੀ ਆ ਜਾਏਗਾ ਨਜ਼ਰ। ਤੇ 5.56 ਇਹਦਾ ਡਾਇਆਮੀਟਰ ਹੋ ਗਿਆ ਬੁਲਟ ਦਾ। ਆਹ ਬੁਲਟ ਅੱਗੇ, ਹੈ ਨਾ ਜੀ। ਤੇ ਉਸ ਤੋਂ ਬਾਅਦ ਆ ਜਾਂਦਾ ਬਾਏ 45 ਮਿਲੀਮੀਟਰ। 45 ਮਿਲੀਮੀਟਰ ਦਾ ਭਾਅ ਇਹ ਹੁੰਦਾ ਕਿ ਜਿਹੜਾ ਉਹਦਾ ਕੇਸ ਹੈ, ਇਹਦੀ ਉਚਾਈ ਕਿੰਨੀ ਹੈ, ਇਹਦੇ ਬੇਸ ਤੋਂ ਲੈ ਕੇ ਇਹਦੀ ਨੈਕ ਤੱਕ। ਠੀਕ ਹੈ ਜੀ। ਇਹ ਅਸੀਂ ਦੇਖ ਲੈਂਦੇ ਹਾਂ, ਤੁਹਾਡੇ ਸਾਹਮਣੇ ਨੱਪ ਕੇ ਦਿਖਾ ਦਿੰਦੇ ਹਾਂ। ਦੇਖੋ ਜੀ, 44.765 ਮਿਲੀਮੀਟਰ। ਤੇ ਇਹੀ ਇਹਦੀ ਅਸਲੀ, ਇਹਨੂੰ 45 ਕਹਿ ਦਿੱਤਾ ਜਾਂਦਾ, ਬਟ ਅਸਲ 'ਚ 44.70 ਮਿਲੀਮੀਟਰ ਇਹਦੀ ਉਚਾਈ ਹੁੰਦੀ ਹੈ। ਤੇ ਤਾਂ ਇਹ ਹੋ ਗਿਆ ਜੀ ਤੁਹਾਡਾ 5.56 ਬਾਏ 45 ਮਿਲੀਮੀਟਰ। ਤਾਂ ਤੁਹਾਨੂੰ ਸਮਝ ਆ ਗਿਆ ਵੀ ਇਹਨੂੰ ਐਂ ਕਿਉਂ ਕਿਹਾ ਜਾਂਦਾ। ਇਸੇ ਤਰੀਕੇ ਨਾਲ ਜੇ ਇਸ ਰਾਊਂਡ ਨੂੰ ਦੇਖਿਆ ਜਾਊਗਾ ਤਾਂ ਇਹਦੀ ਜਿਹੜੀ ਇੱਥੇ ਗਰਦਨ ਹੈ, ਇਹ 7.62 ਮਿਲੀਮੀਟਰ ਹੋਵੇਗੀ, ਇਹਦੀ ਰਾਊਂਡ ਦੇ ਡਾਇਆਮੀਟਰ। ਠੀਕ ਹੈ ਜੀ। ਤੇ ਇਹਦਾ ਜਿਹੜਾ ਕੇਸ ਦੀ ਉਚਾਈ ਹੈ, ਇਹ ਅਰਾਊਂਡ 51 ਮਿਲੀਮੀਟਰ ਤੁਹਾਨੂੰ ਨਜ਼ਰ ਆਏਗੀ। ਠੀਕ ਹੈ ਜੀ। ਤੇ ਤਾਂ ਇਹ 7.62 ਬਾਈ 51 ਹੈ। ਪੁਰਾਣਾ ਰਾਊਂਡ 308 ਵਿੰਚੈਸਟਰ ਵੀ ਕਿਹਾ ਜਾਂਦਾ, ਜਿਹਨੂੰ ਮਾਡਰਨ ਉਹਦੀ ਗੱਲਬਾਤ ਵਿੱਚ। ਤਾਂ ਹੁਣ ਜਿਹੜਾ 223 ਰਿਮਿੰਗਟਨ ਸੀ, ਉਸ ਤੋਂ ਬਾਅਦ ਬਣ ਗਿਆ 5.56। ਬਹੁਤ ਜ਼ਿਆਦਾ ਫਰਕ ਨਹੀਂ ਹੈਗਾ 223 ਰਿਮਿੰਗਟਨ ਤੇ 5.56 ਦਾ ਜਿਹੜਾ ਰਾਊਂਡ ਹੈ। ਜਿਹੜਾ 223 ਰਿਮਿੰਗਟਨ ਦੇ ਰਾਊਂਡ ਨੂੰ ਤੁਸੀਂ 5.56 ਵਾਲੀ ਰਫਲ 'ਚ ਜਿਹੜੀ ਚੈਂਬਰ ਕੀਤਾ ਉਹਦੇ ਵਿੱਚੋਂ ਵੀ ਚਲਾ ਸਕਦੇ ਆ। ਤੇ ਅਸਲ 'ਚ 5.56 ਨੂੰ ਵੀ 223 'ਚ ਚਲਾ ਸਕਦੇ ਆ, ਪਰ ਉਹਦੇ ਥੋੜ੍ਹੇ ਜਿਹੇ ਨੁਕਸਾਨ ਨੇ। ਪਰ ਬਹੁਤ ਬਰੀਕੀ ਜਿਹਾ ਫਰਕ ਹੈ ਉਹਨਾਂ ਦਾ। ਤੁਸੀਂ ਕਹਿ ਲਓ ਵੀ ਪ੍ਰੈਕਟੀਕਲ ਤੌਰ 'ਤੇ ਬਹੁਤ ਘੱਟ ਫਰਕ ਹੈ ਦੋਨੋਂ ਰਾਊਂਡਾਂ 'ਚ। ਤਾਂ ਅਸੀਂ ਇਹ 5.56 ਦੀ ਹੀ ਗੱਲ ਕਰਾਂਗੇ ਕਿਉਂਕਿ ਇਹ ਲੇਟੈਸਟ ਹੈ। ਤੇ ਇਹ ਜਦ 5.56 ਦਾ ਉਹਨਾਂ ਨੇ ਬਣਾਇਆ ਤਾਂ 55 ਗ੍ਰੇਨ ਤੋਂ ਇਹਦਾ ਵਜਨ ਵੀ ਵਧਾਤਾ ਬੁਲਟ ਦਾ, ਇਹਨੂੰ ਕਰ ਦਿੱਤਾ 62 ਗ੍ਰੇਨ ਦਾ, ਹੈ ਨਾ। ਤੇ ਇਹਦਾ ਜਿਹੜਾ ਵਜਨ ਹੈਗਾ
ਇਹ ਤੁਹਾਡਾ ਹੈਗਾ ਅਰਾਊਂਡ 62 ਗ੍ਰੇਨ ਦਾ ਬੁਲਟ ਹੈ ਜਿਹੜਾ ਨੈਟੋ ਦਾ ਰਾਊਂਡ ਹੁੰਦਾ, ਤੇ ਫੁੱਲ ਮੈਟਲ ਜੈਕਟ ਕਿਹਾ ਜਾਂਦਾ ਇਹਨੂੰ। ਫੁੱਲ ਮੈਟਲ ਜੈਕਟ ਇਹਦਾ ਇਹ ਮਤਲਬ ਇਹ ਜਿਹੜਾ ਬੁਲਟ ਹੈ ਅੰਦਰ ਉਹ ਲੈਡ ਦਾ ਹੁੰਦਾ। ਆ ਤੁਸੀਂ ਧਿਆਨ ਨਾਲ ਦੇਖੋਗੇ ਇਹਦੇ ਕੋਰ ਅੰਦਰ ਤੁਹਾਨੂੰ ਲੈਡ ਨਜ਼ਰ ਆਊਗੀ, ਤੇ ਉੱਪਰ ਇੱਕ ਪਿੱਤਲ ਦੀ ਜੈਕਟ ਚੜਾਈ ਵੀ ਹੁੰਦੀ ਹੈ, ਤਾਂ ਇਹਨੂੰ ਫੁੱਲ ਮੈਟਲ ਜੈਕਟ ਕਿਹਾ ਜਾਂਦਾ। ਤੇ ਜਦ ਇਹ ਇਹਨਾਂ ਨੇ ਰਾਊਂਡ ਬਣਾਇਆ ਤੇ ਇਹਨੇ ਸਾਰੇ ਟਰਾਇਲ ਪਾਸ ਕੀਤੇ, ਤੇ ਪਰ ਇਸ ਰਾਊਂਡ ਦੇ ਫਾਇਦੇ ਵੀ ਉਹਨਾਂ ਨੂੰ ਬਹੁਤ ਹੋਏ, ਕਿਉਂਕਿ ਇਹ ਰਾਊਂਡ ਦੇ ਨਾਲ ਹੁਣ ਅਮਰੀਕਨ ਜਿਹੜਾ ਇੱਕ ਸਿਪਾਹੀ ਸੀ, ਇੱਕ GI ਜੋ ਜਾਂ ਕਹਿ ਲਓ ਉਹਨੂੰ, ਉਹ ਜ਼ਿਆਦਾ ਰਾਊਂਡ ਕੈਰੀ ਕਰ ਸਕਦਾ ਸੀ। ਤਕਰੀਬਨ ਆਲਮੋਸਟ 620 ਰਾਊਂਡ ਇੱਕ ਬੰਦਾ ਕੈਰੀ ਕਰ ਲੈਂਦਾ ਇੱਕ 10 ਕਿਲੋ ਦੇ ਭਾਰ ਦੇ ਅੰਦਰ ਅੰਦਰ, ਤੇ ਉਹ ਜ਼ਿਆਦਾ ਗੋਲੀਆਂ ਆਪਣੀਆਂ ਕੈਰੀ ਕਰ ਸਕਦਾ ਸੀ, ਜ਼ਿਆਦਾ ਛੇਤੀ ਰੇਟ ਆਫ ਫਾਇਰ ਵੀ ਤਾਂ ਥੋੜ੍ਹਾ ਜ਼ਿਆਦਾ ਸੀ। ਇਸ ਰਾਊਂਡ ਦੀ ਜਿਹੜੀ ਇਹਨੂੰ ਫਾਇਰ ਕੀਤਾ ਜਾਂਦਾ ਇਹਦੀ ਵੈਲੋਸਿਟੀ ਹੈਗੀ ਮਜ਼ਲ 'ਚੋਂ ਬੜੀ ਸਪੀਡ ਨਾਲ ਨਿਕਲਦਾ, ਕਿਉਂਕਿ ਇਹ ਛੋਟਾ ਰਾਊਂਡ ਹੈ ਤੇ ਇਹਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ। ਰਾਊਂਡ ਜਦ ਇਹਨਾਂ ਨੇ ਬਣਾਇਆ ਸੀ ਅਰਾਊਂਡ 3200 ਫੀਟ ਪਰ ਸੈਕਿੰਡ ਇਹਦੀ ਮਜ਼ਲ ਵੈਲੋਸਿਟੀ ਰਾਊਂਡ ਦੀ ਇਹਨਾਂ ਨੇ ਬਣਾਈ ਸੀ, ਤੇ 3200 ਫੀਟ ਪਰ ਸੈਕਿੰਡ ਨਾਲ ਜਦ ਨਿਕਲਦਾ ਤੇ ਇਹਦੀ ਜਿੰਨੀ 500 ਯਾਰਡ ਤੱਕ ਵੀ ਇਹ ਕਾਮਯਾਬ ਹੋ ਜਾਂਦਾ ਇਹ ਰਾਊਂਡ। ਤੇ ਉਸ ਹਿਸਾਬ ਨਾਲ ਬੜਾ ਵਧੀਆ ਰਾਊਂਡ ਸੀ। ਪਰ ਜਦ ਇਹਨੂੰ ਅਸਲ 'ਚ ਲੜਾਈ ਵਿੱਚ ਵਰਤਿਆ ਗਿਆ ਤਾਂ ਇਸ ਰਾਊਂਡ ਦਾ ਥੋੜ੍ਹਾ ਜਿਹਾ ਇਹਦੀ ਆਲੋਚਨਾ ਵੀ ਹੋਈ। ਜਦ ਅਸਲ ਇਹਨੂੰ ਵਰਤਿਆ ਗਿਆ ਸ਼ੁਰੂਆਤ 'ਚ, ਜਦ AR-15 ਬੰਦੂਕ ਵਰਤੀ ਗਈ ਵੀਅਤਨਾਮ 'ਚ, ਉਹਦੇ 'ਚ ਬੰਦੂਕ 'ਚ ਜੈਮ ਜੂਮ ਬਹੁਤ ਹੁੰਦੇ ਸੀ, ਤੇ ਰਾਊਂਡ ਦੀ ਗਲਤੀ ਨਹੀਂ ਸੀ, ਬੰਦੂਕ ਦੇ ਡਿਜ਼ਾਈਨ 'ਚ ਵੀ ਕੁਝ ਗੜਬੜ ਸੀ, ਤੇ ਉਹ ਤਕਰੀਬਨ ਉਹਨਾਂ ਨੇ ਹੁਣ ਉਹਨੂੰ ਸੋਲਵ ਕਰ ਲਿਆ। ਪਰ ਇਸ ਐਮੂਨੀਸ਼ਨ ਵਾਲੇ ਹਰੇ ਵੀ ਬਹੁਤ ਜ਼ਿਆਦਾ ਵਿਵਾਦ ਹੈ ਕਿ ਬਈ ਇਹਦੀ ਜਿਹੜੀ ਰੋਕਣ ਦੀ ਸ਼ਮਤਾ ਕਿੰਨੀ ਹੈ। ਤੇ ਅਫਗਾਨਿਸਤਾਨ ਵਿੱਚ ਵੀ ਜਿੰਨੇ ਅਮਰੀਕਨ ਸਿਪਾਹੀ ਸੀ ਉਹੀ ਕਹਿੰਦੇ ਸੀ ਵੀ ਜਦ ਅਸੀਂ ਇਹਨੂੰ ਗੋਲੀ ਚਲਾਉਂਦੇ ਹਾਂ ਤੇ ਬੰਦਾ ਮਰਦਾ ਨਹੀਂ, ਬੰਦਾ ਰੁਕਦਾ ਨਹੀਂ, ਉਹਨੂੰ ਖਾਸੀ ਗੋਲੀ ਮਾਰਨੀ ਪੈਂਦੀ ਆ, ਖਾਸ ਕਰਕੇ ਜੇ ਗੋਲੀ ਉਹਦੇ ਐਨ ਦਿਲ 'ਚ ਨਾ ਗੱਜੀ ਹੋਵੇ, ਕੋਈ ਵਾਈਟਲ ਆਰਗਨ 'ਚ ਨਾ ਵੱਜੀ ਹੋਵੇ, ਐਕਸਟ੍ਰੀਮਿਟੀ 'ਚ ਵੱਜੀ ਹੋਵੇ, ਹੱਥ 'ਚ ਵੱਜੀ, ਟੰਗ 'ਚ ਵੱਜੀ, ਤੇ ਬੰਦੇ ਨੂੰ ਕੋਈ ਅਸਰ ਨਹੀਂ ਹੁੰਦਾ, ਬੰਦਾ ਤੁਰਦਾ ਹੀ ਜਾਂਦਾ। ਤੇ ਜਿਹੜਾ ਇਹ ਪਰ ਇਹਨਾਂ ਦੀ ਜਿਹੜੀ ਫਿਲਾਸਫੀ ਸੀ ਫੌਜ ਦੀ ਉਹ ਇਹ ਸੀ ਕਿ ਅਸੀਂ ਬੰਦਾ ਮਾਰਨਾ ਨਹੀਂ, ਅਸੀਂ ਬੰਦਾ ਜ਼ਖਮੀ ਕਰਨਾ, ਤਾਂ ਜੋ ਇੱਕ ਜ਼ਖਮੀ ਸਿਪਾਹੀ ਹੁੰਦਾ ਉਹ ਦੂਜੀ ਫੌਜ ਨੂੰ ਹੋਰ ਭਾਰਾ ਪੈ ਜਾਂਦਾ। ਮਰਿਆ ਤਾਂ ਮਰਿਆ, ਉਹਨੂੰ ਛੱਡ ਕੇ ਫੌਜ ਲੜੀ ਜਾਂਦੀ ਹੈ, ਪਰ ਜ਼ਖਮੀ ਨੂੰ ਫਿਰ ਮੱਲਮ ਪੱਟੀ ਵੀ ਕਰਨੀ ਪੈਂਦੀ, 4 ਬੰਦਿਆਂ ਨੂੰ ਚੱਕ ਕੇ ਵਾਪਸ ਵੀ ਲੈ ਕੇ ਜਾਣਾ। ਤਾਂ ਇਹ ਸੋਚ ਕੇ ਉਹਨਾਂ ਨੇ ਜ਼ਖਮੀ ਕਰਨ ਵਾਲਾ ਰਾਊਂਡ ਤਾਂ ਬਣਾਇਆ, ਪਰ ਇਹ ਜ਼ਖਮੀ ਕਰਨ ਵਾਲਾ ਰਾਊਂਡ ਜ਼ਖਮੀ ਤਾਂ ਹੀ ਕਰਦਾ ਸੀ ਜੇ ਇਨਕੈਪੈਸੀਟੇਟ, ਤਾਂ ਹੀ ਕਰਦਾ ਸੀ ਜੇ ਉਹ ਤੁਹਾਡੇ ਜਿਹੜੀਆਂ ਮੁੱਖ ਆਰਗਨਾਂ 'ਤੇ ਵੱਜਿਆ ਹੋਵੇ, ਤੇ ਜੇ ਉਈਓ ਦੇ ਜ਼ਖਮੀ ਇੰਨਾ ਨਹੀਂ ਸੀ ਕਰ ਪਾਉਂਦਾ ਕਿ ਲੋਕ ਲੜਾਈ ਛੱਡ ਦੇਣ। ਤੇ ਇਹਦੇ 'ਤੇ ਡਿਬੇਟ ਰਿਹਾ, ਤੇ ਉਸ ਕਰਕੇ ਫਿਰ ਅਮਰੀਕਾ ਦੀ ਫੌਜ ਨੇ ਹੁਣ ਕੁਝ ਹੋਰ ਰਾਊਂਡਾਂ ਨਾਲ ਵੀ ਐਕਸਪੈਰੀਮੈਂਟ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ ਇੱਕ ਆ ਜਾਂਦਾ ਤੁਹਾਡਾ ਜੋ ਅੱਜ ਕੱਲ੍ਹ ਜ਼ਿਆਦਾ ਜਿਹਦੇ ਚੱਲ ਰਿਹਾ, ਇਹਨੂੰ ਪਹਿਲਾਂ ਇਸੀ ਨੂੰ ਉਹਨਾਂ ਨੇ ਵਧਾਇਆ, ਇਹਦਾ ਇੱਕ 77 ਗ੍ਰੇਨ ਦਾ ਵਰਜ਼ਨ ਵੀ ਕੱਢਿਆ ਹੈ, 77 ਗ੍ਰੇਨ ਦਾ, ਤੇ ਉਹ ਭਾਰਾ ਰਾਊਂਡ ਆ, ਸਪੈਸ਼ਲ ਫੋਰਸਿਸ ਵਰਤਦੀਆਂ, ਤੇ ਵਧੀਆ ਰਾਊਂਡ ਹੈ। ਤੇ ਅਸਲ 'ਚ ਮੈਂ ਵੀ ਅੱਜ ਕੱਲ੍ਹ ਉਹੀ ਨਵਾਂ ਮੇਰਾ ਬੈਚ ਉਹੀ ਹੈ ਰਾਊਂਡਾਂ ਦਾ, ਤੇ ਉਹਦੀ ਜਿਹੜੀ 77 ਗ੍ਰੇਨ ਦੀ ਰਾਊਂਡ ਦੀ ਨਾ ਸ਼ਾਰਟ ਡਿਸਟੈਂਸ 'ਤੇ ਜਿਹੜੀ ਪਰਫਾਰਮੈਂਸ ਆ ਅਰਬਨ ਵਾਰਫੇਅਰ ਜਿਹਨੂੰ ਕਿਹਾ ਜਾਂਦਾ ਵਧੀਆ। ਤੇ ਫਿਰ ਹੁਣ ਉਹ ਇੱਕ ਨਵੇਂ ਰਾਊਂਡ ਨਾਲ ਵੀ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਜਿਹਨੂੰ ਕਿਹਾ ਜਾਂਦਾ 6.8 PRC, ਉਹ 6.8 ਮਿਲੀਮੀਟਰ ਦਾ ਉਹ ਰਾਊਂਡ ਆ ਉਹ। ਤੇ ਉਹਦੇ ਨਾਲ ਕਾਫੀ ਐਕਸਪੈਰੀਮੈਂਟ ਹੋਏ ਤਕਰੀਬਨ 2000 ਸਨ ਦੇ ਸ਼ੁਰੂ 'ਚ, ਫਿਰ ਉਹਨਾਂ ਨੇ ਉਹਨੂੰ ਰਿਜੈਕਟ ਕਰਤਾ। ਫਿਰ ਹੁਣ ਦੁਬਾਰਾ ਫਿਰ ਉਹਦੇ 'ਤੇ ਕਾਫੀ ਸ਼ੋਧ ਕਰਿਆ ਜਾ ਰਿਹਾ, ਕਿਉਂਕਿ 10 ਸਾਲ ਉਹ ਸਿਵਲ ਮਾਰਕੀਟ 'ਚ ਰਿਹਾ, ਮੇਰੇ ਵਰਗੇ ਹੋਰ ਬਥੇਰੇ ਸ਼ੂਟਰਾਂ ਨੇ ਉਹਦੇ ਨਾਲ ਖਾਸਾ ਕੰਮ ਕੀਤਾ, ਤੇ ਹੁਣ ਦੁਬਾਰਾ ਜਿਹੜੀਆਂ US ਆਰਮੀ ਦੀਆਂ ਕੁਝ ਬ੍ਰਾਂਚਾਂ ਉਹਨੂੰ ਟੈਸਟ ਕਰ ਰਹੀਆਂ ਨੇ, ਤੇ ਹੋ ਸਕਦਾ ਉਹਨੂੰ ਅਡਾਪਟ ਕੀਤਾ ਜਾਵੇ। ਇੱਕ ਨਵਾਂ ਰਾਊਂਡ ਆ ਗਿਆ ਮਾਰਕੀਟ 'ਚ 6.5 ਕਰੀਡਮੋਰ, ਜਿਹਦੇ ਮੇਰੇ ਕੁਝ ਵੀਡੀਓ ਵੀ ਹੈਗੇ ਨੇ, ਉਹਨੂੰ ਵੀ ਟੈਸਟ ਕੀਤਾ ਜਾ ਰਿਹਾ। ਦੇਖੋ ਉਹ ਊਂਠ ਕਿਹੜੀ ਕਰਵਟ ਬੈਠਦਾ, ਪਰ ਇਹ ਹੈਗਾ ਤੁਹਾਡਾ ਅਮਰੀਕਨ ਆਰਮੀ ਦਾ ਰਾਊਂਡ। ਤੇ ਇਹਦੇ ਕੁਝ ਆਪਾਂ ਵੀਡੀਓ ਵੀ ਦੇਖਦੇ ਹਾਂ। ਜੇ ਦੇਖੋ ਇਹਦੀ ਜਿਹੜੀ ਜਦ ਇਹ ਐਂਟਰ ਕਰਦਾ ਬੋਡੀ ਨੂੰ, ਰਾਈਟ, ਜਦ ਜਿਹੜਾ ਰਾਊਂਡ ਹੈਗਾ ਇੰਨੀ ਸਪੀਡ ਨਾਲ ਐਂਟਰ ਕਰਦਾ, ਇਹਦਾ ਜਿਹੜਾ ਡੈਮੇਜ ਹੁੰਦਾ ਨਾ ਉਹ 2 ਤਰੀਕੇ ਨਾਲ ਹੁੰਦਾ। ਇੱਕ ਤਾਂ ਡੈਮੇਜ ਹੁੰਦਾ ਵੀ ਟਿਸ਼ੂ ਅੰਦਰ ਜਾ ਕੇ ਜਿਹੜਾ ਰਾਊਂਡ ਹੈ ਇਹ ਫਰੈਗਮੈਂਟ ਕਰਨਾ ਚਾਹੀਦਾ, ਤੇ ਜਦ ਇਹ ਟਿਸ਼ੂ 'ਚ ਵੜਦਾ ਇਹਨੂੰ ਟੁੱਟਣਾ ਚਾਹੀਦਾ। ਜੇ ਟੁੱਟਿਆ ਨਹੀਂ, ਜੇ ਇਹ ਸੋਲਿਡ ਰਿਹਾ ਸਿੱਧਾ ਲੰਘ ਗਿਆ ਤੇ ਇੱਕ ਘੰਬੋਰੀ ਹੋਊਗੀ ਤੁਹਾਡੀ ਬੋਡੀ 'ਚ, ਹੋਰ ਕੁਛ ਨਹੀਂ। ਪਰ ਜੇ ਅੰਦਰ ਜਾ ਕੇ ਇਹ ਘੁੰਮਦਾ ਆ ਤੇ ਇਹ ਟੁੱਟਦਾ ਆ, ਸਿੱਧਾ ਐਂ ਵੜਦਾ, ਜੇ ਸਿੱਧਾ ਹੀ ਲੰਘ ਗਿਆ ਤਾਂ ਕੋਈ ਫਾਇਦਾ ਨਹੀਂ, ਪਰ ਜੇ ਘੁੰਮ ਜਾਂਦਾ, ਇਹਨੂੰ ਕਹਿੰਦੇ ਯੋ ਕਰਨਾ, ਤੇ ਫਿਰ ਫਰੈਗਮੈਂਟ ਕਰਨਾ ਬੁਲਟ ਦਾ। ਜੇ ਟੁੱਟਦੀ ਇਹਦੀ ਜੈਕਟ ਤਾਂ ਹੀ ਚੜਾਈ ਹੁੰਦੀ ਹੈ, ਜੈਕਟ ਖੁੱਲ੍ਹ ਜਾਂਦੀ ਹੈ, ਤੇ ਉਹ ਜੈਕਟ ਦੇ ਟੁਕੜੇ ਟੁੱਟ ਕੇ ਫੈਲਦੇ ਨੇ। ਅੰਦਰ ਲੈਡ ਹੈ ਉਹ ਸੌਫਟ ਹੁੰਦੀ ਹੈ, ਉਹ ਵੀ ਟੁੱਟ ਕੇ ਅੰਦਰ ਫਰੈਗਮੈਂਟ ਫੈਲਦੀ ਹੈ, ਉਹ ਫਿਰ ਨੁਕਸਾਨ ਕਰਦੇ ਨੇ। ਉਹ ਇੱਕ ਤਰੀਕੇ ਦੇ ਹੋਰ ਮਿੰਨੀ ਬੁਲਟ ਬਣ ਜਾਂਦੇ, ਇੱਕ ਤਰੀਕੇ ਦੇ ਸਪਲਿੰਟਰ ਬਣ ਜਾਂਦੇ ਨੇ ਉਹ। ਕਈ ਵਾਰ ਇਹ ਹੱਡੀ ਨੂੰ ਵੱਜਦਾ,
ਜੇ ਡਾਇਰੈਕਟ ਹੱਡੀ ਤੇ ਵੱਜਿਆ ਉਹ ਹੱਡੀ ਟੁੱਟਦੀ, ਹੱਡੀ ਦੀ ਜਿਹੜੀ ਟੁਕੜੇ ਨੇ ਉਹ ਵੀ ਸਪਲਿੰਟਰ ਬਣ ਜਾਂਦੇ ਨੇ ਇੱਕ ਤਰੀਕੇ ਨਾਲ ਬੋਡੀ ਦੇ ਅੰਦਰ। ਤੇ ਉਸ ਕਰਕੇ ਤੁਹਾਡੀ ਜਿਹੜੀ ਬੋਡੀ ਨੂੰ ਕੈਵਿਟੀ ਬਣਦੀ ਹੈ ਤਾਂ ਬੜਾ ਨੁਕਸਾਨ ਹੁੰਦਾ। ਤੇ ਉਸ ਕਰਕੇ ਤੁਸੀਂ ਦੇਖੋਗੇ ਜਦ ਬੁਲਟ ਦਾ ਜਿਹੜਾ ਕਿਸੇ ਚੀਜ਼ 'ਤੇ ਆਪਾਂ ਬੁਲਟ ਫਾਇਰ ਕਰਦੇ ਹਾਂ ਸੌਫਟ ਟਿਸ਼ੂ 'ਤੇ, ਤਾਂ ਸਾਹਮਣੇ ਤੋਂ ਜਿੱਥੇ ਤੋਂ ਬੁਲਟ ਅੰਦਰ ਜਾਂਦਾ ਉਸ ਚੀਜ਼ ਦੇ, ਉੱਥੇ ਤਾਂ ਹਲਕੀ ਜਿਹੀ ਮੋਰੀ ਹੁੰਦੀ ਹੈ, ਲੇਕਿਨ ਉਹਦੇ ਪਿੱਛੇ ਜਿੱਥੋਂ ਨਿਕਲਦਾ ਉਹਨੂੰ ਨਿਕਲਣ ਵਾਲੀ ਐਗਜ਼ਿਟ ਵੂੰਡ ਕਿਹਾ ਜਾਂਦਾ, ਉੱਥੇ ਵੱਡਾ ਮੋਰਾ ਹੁੰਦਾ, ਕਿਉਂਕਿ ਉੱਥੇ ਤੋਂ ਨਿਕਲਦੇ ਬੁਲਟ ਘੁੰਮ ਜਾਂਦਾ ਆ, ਉਹਦੇ ਖਾਸੇ ਫਰੈਗਮੈਂਟ ਬਣ ਜਾਂਦੇ ਨੇ। ਅਤੇ ਉਹ ਤਕਰੀਬਨ ਸਾਹਮਣੇ 'ਤੇ ਜੇ ਇੰਨਾ ਜਿਹਾ ਹੋਲ ਹੈ ਅਤੇ ਬਾਹਰ ਐਡਾ ਵੱਡਾ ਹੋਲ ਹੁੰਦਾ, ਅਤੇ ਉਹ ਬੜਾ ਨੁਕਸਾਨ ਹੁੰਦਾ ਸਰੀਰ ਦਾ। ਅਤੇ ਇਹ ਇੱਕ ਤਰੀਕਾ ਜਿਹਦੇ ਨਾਲ ਕਿ ਬੁਲਟ ਨੁਕਸਾਨ ਕਰਦਾ ਸਰੀਰ ਦਾ, ਇੱਕ ਹਿਊਮਨ ਬਾਡੀ ਦਾ। ਦੂਜਾ ਇੱਕ ਉਸ ਗੱਲ ਬਾਰੇ ਖਾਸਾ ਡਿਬੇਟ ਵੀ ਹੈਗਾ, ਬਹਿਸ ਵੀ ਹੈਗੀ ਹੈ, ਇੱਕ ਕਿਹਾ ਜਾਂਦਾ ਹਾਈਡਰੋਸਟੈਟਿਕ ਪ੍ਰੈਸ਼ਰ। ਉਹਦਾ ਕਈ ਲੋਕ ਕਹਿੰਦੇ ਨੇ ਇਹਦਾ ਨੁਕਸਾਨ ਹੈ, ਕਈ ਲੋਕ ਕਹਿੰਦੇ ਨਹੀਂ ਇਹਦਾ ਕੋਈ ਇੰਨਾ ਨੁਕਸਾਨ ਹੈ ਨਹੀਂ। ਅਤੇ ਪਰ ਚਲੋ ਡਿਬੇਟ ਆ। ਪਰ ਦੇਖੋ ਹੁਣ ਜਦ ਆਪਾਂ ਬੁਲਟ ਚਲਾਉਂਦੇ ਹਾਂ ਬੜੀ ਸਪੀਡ ਨਾਲ ਕੱਢਦੇ ਹਾਂ ਤਾਂ ਕੀ ਹੁੰਦਾ ਕਿ ਜਿਹੜੀ ਪਾਊਡਰ ਜਦ ਫਟਦਾ ਉਸ ਸਪੋਰਟ ਦੀ ਐਨਰਜੀ ਟਰਾਂਸਫਰ ਹੋ ਜਾਂਦੀ ਉਸ ਬੁਲਟ 'ਚ, ਇਹਦੀ ਕਨੈਟਿਕ ਐਨਰਜੀ ਬਣ ਜਾਂਦੀ ਹੈ। ਇਹ ਜਿਹੜਾ ਇੰਨੀ ਸਪੀਡ ਨਾਲ ਤਾਂ ਜਿਹੜੀ ਸਰੀਰ ਹੈ ਸਾਡਾ 70% ਪਾਣੀ ਹੈ। ਸਪੋਜ਼ ਤੁਸੀਂ ਇੱਕ ਪਾਣੀ ਦਾ ਜੱਗ ਰੱਖ ਦਿਓ ਵੱਡਾ ਸਾਰਾ ਅੱਗੇ, ਉਹਦੇ 'ਚ ਇਹਨੂੰ ਮਾਰੋ ਅਤੇ ਤੁਸੀਂ ਦੇਖੋਗੇ ਕੀ ਹੋਏਗਾ ਕਿ ਜਿਹੜਾ ਪਾਣੀ ਦਾ ਜੱਗ ਹੈ ਨਾ ਉਹਦੇ ਵਿੱਚੋਂ ਸਿੱਧਾ ਨਿਕਲੇਗਾ। ਐਂ ਨਹੀਂ ਹੈਗਾ ਕਿ ਇੱਕ ਮੋਰੀ ਹੋਈ ਹੈ ਅਤੇ ਮੋਰੀ 'ਚੋਂ ਪਾਣੀ ਆ ਰਿਹਾ, ਉਹ ਜੱਗ ਫਟਦਾ ਹੈ। ਕਿਉਂਕਿ ਜਦ ਇਹ ਬੁਲਟ ਉਹ ਪਾਣੀ ਦੇ ਜੱਗ 'ਚ ਵੜਦਾ ਅਤੇ ਇਹ ਆਪਣੀ ਐਨਰਜੀ ਉਹ ਪਾਣੀ ਨੂੰ ਟਰਾਂਸਫਰ ਕਰਦਾ, ਪਾਣੀ ਨੂੰ ਆਲੇ ਦੁਆਲੇ ਬਹੁਤ ਤੇਜ਼ੀ ਨਾਲ ਧੱਕਦਾ, ਅਤੇ ਉਹ ਧੱਕਣ ਨਾਲ ਉਹ ਜਿਹੜਾ ਪਾਣੀ ਜਾ ਕੇ ਉਹਦੀ ਸਾਈਡਾਂ 'ਤੇ ਵੱਜਦਾ, ਜਿਹੜਾ ਕਿਆ ਕਹਿੰਦੇ ਨੇ ਉਹ ਮਰਤਬਾਨ ਹੈ, ਅਤੇ ਉਹਨੂੰ ਫਾੜ ਦਿੰਦਾ। ਅਤੇ ਇੱਕ ਬੰਬ ਜਿਹਾ ਧਮਾਕਾ ਜਿਹਾ ਹੁੰਦਾ ਜਦ ਇਹਨੂੰ ਕਿਸੇ ਪਾਣੀ ਵਾਲੀ ਭਰੀ ਹੋਈ ਚੀਜ਼ 'ਚ ਮਾਰੋ। ਅਤੇ ਇੱਦਾਂ ਹੀ ਸਾਡੇ ਸਰੀਰ 'ਚ ਕਿਹਾ ਜਾਂਦਾ ਕਿ ਇਹੋ ਜਿਹਾ ਹੀ ਅਸਰ ਇਹ ਕਰਦਾ ਹੋਵੇਗਾ। ਜਦੋਂ ਅੰਦਰ ਜਾਂਦਾ ਅਤੇ ਅੰਦਰ ਜਿੰਨਾ ਵੀ ਤੁਹਾਡਾ ਬਲੱਡ ਹੈ ਉਹ ਐਨ ਪਿੱਛੇ ਨੂੰ ਜਾਂਦਾ ਅਤੇ ਅੰਤੜੀਆਂ ਨੂੰ ਫਾੜ ਕੇ ਤੁਹਾਡੀ ਆਰਗਨਾਂ ਨੂੰ ਡਿਸਟਰੋਏ ਕਰਦਾ। ਇਸ ਗੱਲ ਬਾਰੇ ਥੋੜ੍ਹਾ ਬਹੁਤਾ ਬਹਿਸ ਹੈਗੀ ਹੈ, ਇਹਨੂੰ ਬਹੁਤ ਕਿਸੇ ਨੇ ਸਾਬਤ ਨਹੀਂ ਕੀਤਾ। ਪਰ ਹਾਂ, ਜੇ ਬੁਲਟ ਵੱਜਦਾ ਤੁਹਾਡਾ ਬਚਣਾ ਔਖਾ ਹੀ ਹੈਗਾ। ਇਹ ਵੀ ਡਿਪੈਂਡ ਕਰਦਾ ਤੁਸੀਂ ਕਿੰਨੀ ਦੂਰ ਸੀ ਜਦੋਂ ਤੁਹਾਡੀ ਬਾਡੀ 'ਚ ਵੱਜਿਆ, ਤਾਂ ਉਹਦੀ ਜਿਹੜੀ ਵੈਲੋਸਿਟੀ ਸੀ, ਸਪੀਡ ਉਹਦੀ ਬੁਲਟ ਦੀ ਰਫ਼ਤਾਰ ਕਿੰਨੀ ਸੀ। ਅਤੇ ਚਲੋ ਇਹਨੂੰ ਛੱਡ ਕੇ ਹੁਣ ਅਸੀਂ ਦੇਖਦੇ ਹਾਂ AK-47 ਦਾ ਰਾਊਂਡ। ਸਿੰਘੋ, ਅਸੀਂ ਹੁਣ ਆਪਣੀ ਰੇਂਜ 'ਤੇ ਆ ਗਏ ਹਾਂ ਅਤੇ ਇੱਥੇ ਆ ਸਟੀਲ ਟਾਰਗੇਟ ਲੱਗਾ ਜਿਹਦੇ ਵਿੱਚ ਆਹ ਔਰੇਂਜ ਰੰਗ ਦੀ ਸੰਤਰੀ ਰੰਗ ਦੀ ਲਾਈਨ ਲੱਗੀ ਹੈ। ਇਹਦੇ ਉੱਪਰ ਮੈਂ ਹੁਣ 556 ਦਾ ਬੁਲਟ ਸ਼ੂਟ ਕਰ ਰਿਹਾ। ਅਤੇ ਜਦ ਬੁਲਟ ਜਾਂਦਾ ਹੈ ਅਤੇ ਤੁਸੀਂ ਦੇਖਿਓ ਬੁਲਟ ਦੀ ਟਰਜੈਕਟਰੀ ਦੇਖਿਓ, ਤੁਹਾਨੂੰ ਟਰੇਸ ਨਜ਼ਰ ਆਊਗਾ। ਆਹ ਦੇਖੋ, ਆਹ ਟਰੇਸ ਇਹ ਮਿਸ ਕਰ ਗਿਆ, ਐਕਚੁਅਲ ਪਿੱਛੇ ਵੱਜਿਆ ਸ਼ਾਇਦ। ਅਤੇ ਹਰ ਵਾਰ ਜਦ ਬੁਲਟ ਵੱਜੂਗਾ ਤੁਸੀਂ ਉਹਦੀ ਟਰਜੈਕਟਰੀ ਨੋਟਿਸ ਕਰੋ, ਟਰੇਸ ਨੂੰ ਦੇਖੋ ਵੀ ਕਿੰਨਾ ਫਲੈਟ ਹੈ। ਉਹਦਾ ਜਿਹੜਾ ਟਰੇਸ ਹੈ ਉਹ ਹੱਦ ਤੋਂ ਹੱਦ ਟਾਰਗੇਟ ਦੇ ਜਿੰਨਾ ਸਿਰ ਉੱਚਾ ਨਾ ਉਨੇ ਉੱਪਰ ਹੀ ਤੁਹਾਨੂੰ ਨਜ਼ਰ ਆ ਰਿਹਾ। ਇਹੀ ਟਰੇਸ ਨੂੰ ਤੁਸੀਂ ਦੇਖਿਓ ਜਦ ਮੈਂ 7.62 ਨਾਲ ਸ਼ੂਟ ਕਰਾਂਗਾ। ਆਹ ਦੇਖੋ 550 ਯਾਰਡ ਦਾ ਟਾਰਗੇਟ ਹੈ ਅਤੇ ਕਿੰਨੀ ਆਸਾਨੀ ਨਾਲ ਕਿੰਨੀ ਐਕੂਰੇਟਲੀ ਜਾ ਕੇ 5.56। ਲਓ ਸਿੰਘੋ, ਹੁਣ ਆਪਾਂ ਆ ਜਾਂਦੇ ਹਾਂ ਆਪਣਾ AK-47 ਦਾ ਜਿਹੜਾ ਰਾਊਂਡ ਹੈਗਾ ਹੈ, ਸਿੰਘਾਂ ਦਾ ਮਨਪਸੰਦੀਦਾ ਹਥਿਆਰ, ਸਿੰਘਾਂ ਦਾ ਵੀ ਅਤੇ ਦੁਨੀਆ ਭਰ ਦੇ ਜਿੰਨੇ ਆਜ਼ਾਦੀ ਦੇ ਪ੍ਰਵਾਨੇ ਸਾਰਿਆਂ ਦਾ। ਅਤੇ ਜਿੰਨਾ ਸ਼ਾਇਦ
ਫਰੀडम ਦੇ ਲਈ ਜਾਂ ਲੋਕਾਂ ਦੀ ਆਜ਼ਾਦੀ ਲਈ ਇਸ ਰਾਊਂਡ ਨੇ ਕੀਤਾ, ਹੋਰ ਕਿਸੇ ਰਾਊਂਡ ਨੇ ਘੱਟ ਕੀਤਾ ਹੋਣਾ। ਅਤੇ ਇਹ ਜਿਹੜਾ ਰਾਊਂਡ ਹੈਗਾ, ਇਹ AK-47 ਦਾ ਰਾਊਂਡ, ਇਹਨੂੰ ਕਿਹਾ ਜਾਂਦਾ ਹੈਗਾ ਆਪਣਾ 7.62/39 ਮਿਲੀਮੀਟਰ, ਜਿੱਦਾਂ ਮੈਂ ਪਹਿਲਾਂ ਹੀ ਸਮਝਾ ਚੁੱਕਾ। ਅਤੇ ਜਿਹੜਾ 7.62 ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਇਹਦਾ ਜਿਹੜਾ ਬੁਲਟ ਦਾ ਡਾਇਆਮੀਟਰ, ਜਿਹੜਾ ਡਾਇਆਮੀਟਰ ਹੈਗਾ, ਜਿੱਥੇ ਸਭ ਤੋਂ ਮੋਟਾ ਹੁੰਦਾ ਬੁਲਟ ਦੀ ਵੀ ਤੁਸੀਂ ਬਣਤਰ ਦੇਖੋਗੇ ਨਾ, ਅਤੇ ਹਰ ਥਾਂ ਤੋਂ ਬਰਾਬਰ ਨਹੀਂ ਹੈਗਾ ਡਾਇਆਮੀਟਰ। ਇੱਕ ਥਾਂ ਹੈਗਾ ਜਿੱਥੇ ਬੁਲਟ ਦਾ ਡਾਇਆਮੀਟਰ ਸਭ ਤੋਂ ਜ਼ਿਆਦਾ, ਅਤੇ ਉੱਥੇ ਤੋਂ ਫਿਰ ਅੱਗੇ ਇਹ ਘਟਣਾ ਸ਼ੁਰੂ ਹੋ ਜਾਂਦਾ ਡਾਇਆਮੀਟਰ, ਰਾਈਟ। ਅਤੇ ਜਿੱਥੇ ਤੋਂ ਉਸ ਬੁਲਟ ਦਾ ਡਾਇਆਮੀਟਰ ਸਭ ਤੋਂ ਜ਼ਿਆਦਾ, ਪਰ ਜਿੱਥੇ ਤੋਂ ਬੁਲਟ ਦਾ ਡਾਇਆਮੀਟਰ ਅੱਗੇ ਨੂੰ ਘਟਣਾ ਸ਼ੁਰੂ ਹੁੰਦਾ ਨਾ, ਉਸ ਥਾਂ ਨੂੰ ਬੁਲਟ ਦਾ OJ ਵੀ ਕਿਹਾ ਜਾਂਦਾ। ਅਤੇ ਉਹ ਤੋਂ ਅੱਗੇ ਨੂੰ ਇਹ ਘਟਦਾ ਜਾਂਦਾ, ਅੱਗੇ ਨੂੰ ਤਿੱਖੀ ਕੋਣ ਬਣ ਜਾਂਦਾ। ਇਹ ਐਰੋਡਾਇਨਾਮਿਕ ਸ਼ੇਪ ਦੇਣ ਵਾਸਤੇ ਇਹਦੇ ਅੰਦਰ ਜਿਹੜਾ ਹੈਗਾ, ਇਹ ਫੁੱਲ ਕਾਪਰ ਜੈਕਟ ਕਹਾਂਗੇ, ਕਾਪਰ ਦੀ ਜੈਕਟ ਹੈ ਇਹਦੀ। ਅਤੇ ਇਹਦੇ ਜਿਹੜੇ ਅੰਦਰ ਸਟੀਲ ਕੋਰ ਹੈ, ਮਾਈਲਡ ਸਟੀਲ ਕੋਰ ਕਿਹਾ ਜਾਂਦਾ ਇਹਨੂੰ, ਥੋੜ੍ਹੀ ਜਿਹੀ ਲੈਡ ਅਤੇ ਥੋੜ੍ਹਾ ਜਿਹਾ ਸਟੀਲ ਦਾ ਮਿਸ਼ਰਣ ਕਰਕੇ ਇਹਦਾ ਕੋਰ ਬਣਾਇਆ ਜਾਂਦਾ, ਥੋੜ੍ਹਾ ਜਿਹਾ ਅੱਡ ਹੁੰਦਾ ਇਹ 5.56 ਤੋਂ। ਅਤੇ ਆਹ ਜਿਹੜਾ ਪਿੱਛੇ ਤੁਹਾਡਾ ਕੇਸ ਹੈ, ਆਹ ਜਿਹੜਾ ਕੇਸ ਦੀ ਜਿਹੜੀ ਲੰਬਾਈ ਹੈ, ਇਹ ਹੈਗੀ ਹੈ 39 ਮਿਲੀਮੀਟਰ। ਅਤੇ ਇਹ ਤੁਸੀਂ ਧਿਆਨ ਨਾਲ ਜੇ ਦੇਖੋਗੇ ਨਾ, ਅਤੇ ਇਹ 5.56 ਦਾ ਜਿਹੜਾ ਰਾਊਂਡ ਹੈ, ਉਹਦੀ ਲੰਬਾਈ ਨਾਲੋਂ ਥੋੜ੍ਹੀ ਜਿਹੀ ਘੱਟ ਹੈ। ਚੌੜਾਈ 'ਚ ਜ਼ਿਆਦਾ ਹੈ ਬਟ ਲੰਬਾਈ 'ਚ ਘੱਟ ਹੈ, ਕਿਉਂਕਿ ਇਹ 45 ਮਿਲੀਮੀਟਰ ਦਾ ਹੈ, ਇਹ 39 ਮਿਲੀਮੀਟਰ ਦਾ। ਅਤੇ ਇਹ ਜਿਹੜਾ ਬੁਲਟ ਇਹਨਾਂ ਨੇ ਬਣਾਇਆ ਰਸ਼ੀਆ ਵਾਲਿਆਂ ਨੇ, ਇਹਨਾਂ ਨੇ ਜਦ ਵਰਲਡ ਵਾਰ ਖਤਮ ਹੋਈ ਨਾ 1943 'ਚ, ਇਹਨਾਂ ਨੇ ਇੱਕ ਕਮੇਟੀ ਬਿਠਾਈ ਸੀ ਕਿ ਇੱਕ ਸਾਨੂੰ ਇੰਟਰਮੀਡੀਏਟ ਕੈਟਰ ਚਾਹੀਦਾ, ਵੀ ਜਿਹੜਾ ਦੂਜਾ ਵਰਲਡ ਵਾਰ 'ਚ ਬੁਲਟ ਵਰਤਿਆ ਗਿਆ 7.62 ਵੱਡਾ ਭਾਰੀ ਸੀ, ਥੋੜ੍ਹਾ ਜਿਹਾ ਛੋਟਾ ਬੁਲਟ ਚਾਹੀਦਾ। ਅਤੇ ਉਸ ਟਾਈਮ ਸੈਮੀ ਆਟੋਮੈਟਿਕ ਰਾਈਫਲਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਸੀ, ਤਦ ਇਹ ਬੁਲਟ ਦਾ ਅਵਿਸ਼ਕਾਰ ਇਹਨਾਂ ਨੇ ਕੀਤਾ। ਅਤੇ 1900 ਮੇਰੇ ਖਿਆਲ ਨਾਲ 1947 'ਚ ਇਹ ਇਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਸੀ। 1945 'ਚ ਡਿਵੈਲਪਮੈਂਟ ਸ਼ੁਰੂ ਕੀਤੀ, 1944 'ਚ। 1945 ਤੱਕ ਇਹਨੇ ਟਰਾਇਲ ਟਰੂਲ ਸਾਰੇ ਪਾਸ ਕਰ ਲਏ, ਅਤੇ ਹੋਰ ਡਿਟੇਲ ਟੈਸਟਿੰਗ ਹੁੰਦੀ ਰਹੀ 1947 ਤੱਕ, ਤਦ ਫਿਰ ਇਹਨੇ ਪੂਰਾ ਬਣਾ ਲਿਆ ਇਸ ਬੁਲਟ ਨੂੰ। ਅਤੇ AK-47 ਦਾ ਜਿਹੜਾ ਨਿਰਮਾਣ ਆ ਉਹਦੀ ਗੱਲ ਅਲੱਗ ਕਰਾਂਗੇ, ਕਿਉਂਕਿ ਉਹ ਤਾਂ ਰਫਲ ਹੈ, ਇਹ ਬੁਲਟ ਹੈ, ਬੁਲਟ ਪਹਿਲਾਂ ਬਣ ਗਿਆ ਸੀ। ਅਤੇ ਇਹ ਜਿਹੜਾ ਇਹਦੀ ਬੜੀ ਖਾਸ ਗੱਲਾਂ ਨੇ ਇਸ ਬੁਲਟ ਦੀਆਂ। ਪਹਿਲੀ ਗੱਲ ਤਾਂ ਇਹ 123 ਗ੍ਰੇਨ ਦਾ ਭਾਰਾ ਬੁਲਟ ਹੈ, ਹੈ ਨਾ। ਅਤੇ ਜੇ ਤੁਸੀਂ ਇਹਦਾ ਮੁਕਾਬਲਾ ਕਰੋ 5.56 ਵਾਲੇ ਬੁਲਟ ਨਾਲ, ਦੇਖੋ ਕਿੰਨਾ ਫਰਕ ਹੈ ਵਜਨ ਦਾ। ਇਹ ਆਲਮੋਸਟ ਡਬਲ, ਇਹਦਾ ਦੁੱਗਣਾ ਵਜਨ ਹੈ ਇਹਦਾ AK-47 ਦੇ ਬੁਲਟ ਦਾ, ਅਤੇ ਇਹਦੀ ਰੋਕਣ ਦੀ ਸ਼ਮਤਾ ਜ਼ਿਆਦਾ। ਦੂਜਾ, ਇਹਦੀ ਇੱਕ ਖਾਸ ਡਿਜ਼ਾਈਨ, ਜੇ ਤੁਸੀਂ ਧਿਆਨ ਕੀਤਾ ਹੋਵੇ, ਇਹ AK-47 ਨੂੰ ਇੰਨਾ ਰਿਲਾਇਬਲ ਕਿਉਂ ਬਣਾਉਂਦਾ? ਜੇ ਤੁਸੀਂ ਧਿਆਨ ਕਰਿਆ ਹੋਵੇ ਨਾ AK-47 ਦੀ, ਜੇ ਫਿਲਮਾਂ ਦੇਖੀਆਂ ਹੋਣ ਤਾਂ AK-47 ਦੀ ਜਿਹੜੀ ਮੈਗਜ਼ੀਨ ਹੈ ਬਨਾਨਾ ਸ਼ੇਪ ਦੀ ਹੈ, ਕਾਫੀ ਘੁਮਾਵਦਾਰ ਜੀ ਮੈਗਜ਼ੀਨ ਹੈ ਜੇ ਥੱਲੇ ਤੋਂ ਉਹਨੂੰ ਦੇਖਿਆ ਜਾਵੇ। ਉਹਦਾ ਕਾਰਨ ਹੈਗਾ ਆਹ ਜਿਹੜਾ ਕੇਸ ਹੈ ਨਾ, ਅਤੇ ਤੁਸੀਂ ਇਹਦੀ ਟੇਪਰਿੰਗ ਦੇਖੋ, ਜਿੱਥੇ ਆ ਨੈਕ ਦੇ ਲਾਗੇ ਕਿੰਨੀ ਘੱਟ ਹੈ, ਆਹ ਤਕਰੀਬਨ ਸਮਤਲ ਹੀ ਹੈ, ਇੱਥੇ ਇੱਕਦਮ ਗਿਰਦੀ ਨੈਕ ਇਹਦੀ, ਬੜੀ ਇਹਦੀ ਸਟੀਪ ਟੇਪਰਿੰਗ ਹੈ, ਇਹਦੀ ਆਲਮੋਸਟ ਸਮੂਥ ਹੈ। ਅਤੇ ਇਹ ਜਿਹੜੀ ਸਮੂਥ ਹੋਣ ਕਰਕੇ, ਘੱਟ ਟੇਪਰ ਹੋਣ ਕਰਕੇ, ਇਹਨੂੰ ਜਿਹੜਾ ਚੈਂਬਰ 'ਚ ਲੋਡ ਹੋਣਾ ਜਦ ਆਸਾਨ ਹੋ ਜਾਂਦਾ, ਅਤੇ ਇਹਦੇ ਜੈਮ ਦੇ ਇਸ਼ੂ ਘੱਟ ਹੁੰਦੇ ਨੇ। ਅਤੇ ਇਸੇ ਟੇਪਰਿੰਗ ਕਰਕੇ, ਕਿਉਂਕਿ ਇਸ ਨੂੰ ਐਂਗਲ 'ਤੇ ਦੇਣਾ ਪੈਂਦਾ ਥੋੜ੍ਹਾ ਜਿਹਾ, ਅਤੇ ਇਹਨੂੰ ਕਿਆ ਕਹਿੰਦੇ ਨੇ, ਉਹਦੀ ਜਿਹੜੀ ਬਣਤਰ ਹੈ ਮੈਗਜ਼ੀਨ ਦੀ, ਉਹ ਬਨਾਨਾ ਜਾਂ ਕੇਲੇ ਦੇ ਸ਼ੇਪ ਵਰਗੀ ਹੁੰਦੀ ਹੈ, ਅਤੇ ਬੜੀ ਮਸ਼ਹੂਰ ਉਹਦੀ ਬਣਤਰ ਹੈ, ਲੋਕ ਬਹੁਤ ਪਸੰਦ ਕੀਤਾ ਜਾਂਦਾ ਉਹਨੂੰ। ਫਿਲਮਾਂ 'ਚ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ AK-47 ਦੀ ਮੈਗਜ਼ੀਨ ਹੈ। ਅਤੇ ਇਹਦੀ ਜਿਹੜੀ ਇਹਦੀ ਵੈਲੋਸਿਟੀ ਹੈ, ਲੇਕਿਨ ਜਦ ਇਹ ਮਦਲ ਤੋਂ ਨਿਕਲਦਾ, ਕਿਉਂਕਿ ਇਹ ਭਾਰੀ ਹੈ, ਅਤੇ ਇੰਨੀ ਮਦਲ ਵੈਲੋਸਿਟੀ ਨਹੀਂ ਹੈਗੀ ਜਿੰਨੀ ਕਿ ਆਪਣੀ ਇੱਕ 5.56 ਮਿਲੀਮੀਟਰ ਦੇ ਰਾਊਂਡ ਦੀ ਹੁੰਦੀ ਹੈ। ਇਹਦੀ ਵੈਲੋਸਿਟੀ ਤਕਰੀਬਨ ਹੈਗੀ ਹੈ, ਜਦ ਇਹ ਮਦਲ ਤੋਂ ਨਿਕਲਦਾ ਆ, 122 ਗ੍ਰੇਨ ਦਾ ਜਿਹੜਾ ਬੁਲਟ ਹੈ, ਜਿਹੜਾ ਤੁਹਾਡੇ ਸਾਹਮਣੇ ਹੈ, ਅਤੇ ਇਹਦੀ ਵੈਲੋਸਿਟੀ ਤਕਰੀਬਨ ਨਿਕਲਦੀ ਹੈ ਅਰਾਊਂਡ 2400 ਫੀਟ ਪਰ ਸੈਕਿੰਡ। ਅਤੇ ਜਦ ਕਿ 5.56 ਜਦ ਨਿਕਲਦਾ ਮਦਲ 'ਚੋਂ, ਇਹ ਆਲਮੋਸਟ 3200 ਫੀਟ ਪਰ ਸੈਕਿੰਡ। ਤਾਂ ਦੇਖੋ ਬਹੁਤ ਫਰਕ ਹੈ ਨਾ। ਲੇਕਿਨ ਤਾਂ ਇਹਦੇ ਕਰਕੇ ਇਹਦੀ ਜਿਹੜੀ ਦੂਰੀ ਦੀ ਮਾਰਕ ਸ਼ਮਤਾ ਆ, ਉਹ ਇਤਨੀ ਨਹੀਂ ਹੈਗੀ ਜਿਤਨੀ ਕਿ 5.56 ਦੀ ਹੈਗੀ ਹੈ। ਪਰ ਵੱਡਾ ਪ੍ਰੈਕਟੀਕਲ ਰਾਊਂਡ ਹੈ। ਦੇਖੋ ਅਸਲ ਦੀ ਜਿਹੜੀ ਲੜਾਈ ਹੁੰਦੀ ਹੈ ਨਾ, ਜਿਹਦੇ ਵਿੱਚ ਕਿ ਸਿਪਾਹੀ ਆਮਣੇ ਸਾਹਮਣੇ ਹੁੰਦੇ ਨੇ, ਉਹਦੇ ਵਿੱਚ 200 ਯਾਰਡ ਤਾਂ ਹੱਦ ਹੈ, ਉਹ ਤੋਂ ਉੱਪਰ ਗੋਲੀ ਚਲਾ ਕੇ ਬੰਦੇ ਨੂੰ ਮਾਰਨਾ, ਪਤਾ ਹੀ ਨਹੀਂ ਹੁੰਦਾ ਬੰਦਾ ਕਿੱਥੇ ਲੁਕਿਆ ਹੋਇਆ। ਅਤੇ
ਜਿਹੜੀਆਂ ਉਹ ਸਨਾਈਪਰ ਜਿਹੜਾ ਹੈਗਾ ਉਸ ਨੂੰ ਮਾੜਾ ਮੋਟਾ ਉਹ ਦੂਰੀ 'ਤੇ ਕਰ ਸਕਦਾ, ਪਰ ਆਮ ਇੰਨੇ ਪ੍ਰੈਸ਼ਰ 'ਚ ਜਦ ਅਸਲ ਲੜਾਈ ਹੁੰਦੀ ਹੈ ਨਾ, ਇਹਨਾਂ ਦੀ क्षमता ਤਾਂ ਜ਼ਿਆਦਾ ਹੁੰਦੀ ਬੰਦੂਕਾਂ ਦੀ, ਪਰ ਉਹ ਲੜਾਈ ਦਾ ਜਿਹੜਾ ਦਬਾਅ ਹੁੰਦਾ, ਉਸ ਲੜਾਈ ਦੇ ਜਿੰਨੇ ਇੰਨੇ ਆਲੇ ਦੁਆਲੇ ਜੋ ਤੁਹਾਡੇ ਚੱਲ ਰਿਹਾ ਹੁੰਦਾ, ਉਸ ਨੂੰ ਅਸੀਂ ਉਹਦੀ क्षमता ਨੂੰ ਪੂਰਾ ਐਕਸਪਲੋਇਟ ਕਰਨਾ ਔਖਾ ਹੋ ਜਾਂਦਾ। ਅਤੇ ਮੈਂ ਵੀ ਦੇਖਿਆ, ਮੈਂ ਹੁਣ ਲੜਾਈ ਤਾਂ ਨਹੀਂ ਕੀਤੀ ਇਹਨਾਂ ਨਾਲ, ਪਰ ਮੈਂ ਜਿਵੇਂ ਮੈਚ ਖੇਡਦਾ ਅਤੇ ਉਹੀ ਜਦ ਮੈਂ ਟਾਰਗੇਟ ਸ਼ੂਟਿੰਗ ਕਰਦਾ 6.5 ਕਰੀਡਮੋਰ ਦੀ ਗੋਲੀ ਨਾਲ 1000 ਯਾਰਡ, ਤਾਂ ਮਤਲਬ ਮਜ਼ਾਕ ਹੈਗਾ। ਜਦ ਮੈਂ ਟਾਰਗੇਟ ਸ਼ੂਟਿੰਗ ਕਰਦਾ 1000 ਯਾਰਡ ਆਪਾਂ ਕਦੇ ਮਿਸ ਨਹੀਂ ਕਰੀਦਾ, ਅਤੇ 1500 ਯਾਰਡ ਤੱਕ ਵੀ ਰਨਿੰਗ ਨਾਲ ਲੱਗ ਜਾਂਦਾ। ਲੇਕਿਨ ਜਦ ਮੈਚ ਹੁੰਦਾ, ਜਦ ਉੱਥੇ ਦਬਾਅ ਹੁੰਦਾ, ਜਦ ਇੱਕ ਟਾਈਮ 'ਚ ਤੁਸੀਂ ਸ਼ੂਟ ਕਰਨਾ, ਅਤੇ 200 ਯਾਰਡ ਦਾ ਵੀ ਕਈ ਵਾਰ ਟਾਰਗੇਟ ਸਾਤੋਂ ਹਿੱਟ ਨਹੀਂ ਹੁੰਦਾ। ਅਤੇ ਇਸੇ ਕਰਕੇ ਪੇਪਰ 'ਤੇ ਤਾਂ ਇਹਦੀ ਮਾਰਕ क्षमता ਬੜੀ ਲੰਬੀ ਦੂਰੀ ਤੱਕ ਜਾਂਦਾ, ਪਰ ਉਹਦੀ ਇੰਨੀ ਕੋਈ ਲੜਾਈ ਵਿੱਚ ਫਾਇਦਾ ਕਦੇ ਕਿਸੇ ਫੌਜ ਨੂੰ ਮਿਲਿਆ ਨਹੀਂ ਹੈਗਾ। ਅਤੇ ਆਹ ਜਿਹੜਾ ਬੁਲਟ ਹੈ, ਇਹਦੀ ਸਟਾਪਿੰਗ ਪਾਵਰ ਜਦ ਇੱਕ ਵਾਰ ਵੱਜੂਗਾ ਤਾਂ ਘੱਟ ਤੋਂ ਘੱਟ ਜਿਹੜਾ ਬੰਦਾ ਜੇ ਉਹਦੇ ਹੱਥ 'ਤੇ ਹੀ ਵੱਜਿਆ ਅਤੇ ਉਹ ਵੂੰਡ ਹੋ ਜਾਂਦਾ, ਇੱਕਦਮ ਉਹਨੂੰ ਉੱਠ ਕੇ ਦੁਬਾਰਾ ਕੋਈ ਹਮਲਾ ਕਰਨਾ ਤੁਹਾਡੇ 'ਤੇ ਔਖਾ ਹੋ ਜਾਂਦਾ। ਜੇ ਮਰਿਆ ਨਹੀਂ ਹੈਗਾ ਤਾਂ ਵੀ ਉਹਦਾ ਜਿਹੜਾ ਜ਼ਖਮ ਵੀ ਹੈਗਾ ਉਹ ਇੰਨਾ ਦਰਦਨਾਕ ਹੋ ਜਾਂਦਾ ਕਿ ਵੀ ਉਹ ਥੋੜ੍ਹੀ ਦੇਰ ਲਈ ਤਾਂ ਘੱਟ ਤੋਂ ਘੱਟ ਉਹ ਇਨਕੈਪੈਸੀਟੇਟ ਜਿਹਨੂੰ ਕਿਹਾ ਜਾਂਦਾ ਹੋ ਜਾਂਦਾ। ਅਤੇ ਇਹਦਾ ਇਹ ਫਾਇਦਾ। ਦੂਜਾ ਜਿਹੜਾ ਕਿ ਇਹਦੀ ਜਿਹੜੀ ਯਾਇੰਗ ਕੈਪੇਬਿਲਿਟੀ ਹੈ, ਰਾਈਟ, ਕਿਉਂਕਿ ਇਹਦਾ ਡਿਜ਼ਾਈਨ ਤੁਸੀਂ ਦੇਖੋਗੇ ਨਾ, ਇਹ ਬੜਾ ਸਮੂਥ ਹੈ, ਤਾਂ ਇਹ ਇੰਨੀ ਛੇਤੀ ਯਾਅ ਨਹੀਂ ਕਰਦਾ ਵੈਸੇ ਟਿਸ਼ੂ ਦੇ ਅੰਦਰ ਵੜ ਕੇ। ਅਤੇ ਕਹਿੰਦੇ ਨੇ ਘੱਟ ਤੋਂ ਘੱਟ 7-8 ਇੰਚ ਲੱਗਦੇ ਨੇ ਜਿਸ ਤੋਂ ਪਹਿਲਾਂ ਇਹ ਘੁੰਮੇ। ਤਾਂ ਕਈ ਵਾਰ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਹੱਥ 'ਚੋਂ ਲੰਘ ਗਿਆ ਤਾਂ ਇੰਨਾ ਸ਼ਾਇਦ ਨੁਕਸਾਨ ਨਾ ਵੀ ਕਰੇ, ਅਤੇ ਇਹਦੀ ਕਮੀ ਵੀ ਹੈਗੀ ਹੈ। ਪਰ ਅਸਲ ਵਿੱਚ ਜੋ ਦੇਖਿਆ ਗਿਆ ਅਸਲ ਲੜਾਈਆਂ ਵਿੱਚ, ਅਤੇ ਜਿੰਨੇ ਵੀ ਸਿਪਾਹੀ ਨੇ ਉਹ ਹਮੇਸ਼ਾ ਜਿਨ੍ਹਾਂ ਦਾ ਆਪੇ ਆਮੋ ਸਾਹਮਣੇ ਮੁਕਾਬਲਾ ਹੋਇਆ, ਮੈਂ ਦੇਖਿਆ, ਵੀਡੀਓ ਵੀ ਆਪਾਂ ਸੁਣਦੇ ਹਾਂ, ਜਿਹੜੇ ਸਿਪਾਹੀਆਂ ਨੇ ਇਹ ਦੋਨਾਂ ਨੂੰ ਆਪਸ 'ਚ ਮੁਕਾਬਲੇ 'ਚ ਦੇਖਿਆ ਅਤੇ ਇਹਦੇ ਜ਼ਖਮ ਦੇਖੇ ਨੇ ਅਤੇ 5.56 'ਤੇ ਦੇਖੇ ਨੇ, ਉਹ ਜ਼ਿਆਦਾਤਰ ਸਾਰੇ ਇਸ ਰਾਊਂਡ ਦੀ ਜ਼ਿਆਦਾ ਤਾਰੀਫ ਕਰਦੇ ਨਜ਼ਰ ਆਉਂਦੇ ਨੇ ਅਤੇ 7.62 ਦੀ। ਅਤੇ ਜੇ ਖਾਸ ਕਰਕੇ ਤੁਸੀਂ ਕਿਸੇ ਦੀਵਾਰ ਨੂੰ ਤੋੜਨਾ, ਦੀਵਾਰ ਦੇ ਥਰੂ ਜਾਣਾ, ਤਾਂ ਵੀ ਇਹਦੀ ਪੈਨੀਟ੍ਰੇਸ਼ਨ ਜ਼ਿਆਦਾ ਮੰਨੀ ਜਾਂਦੀ ਹੈ। ਅਤੇ ਤਾਂ ਇਹ ਹੈਗਾ ਤੁਹਾਡਾ 7.62। ਅੱਛਾ, ਇਹਦੀ ਨਾ ਥੋੜ੍ਹੀ ਬਣਤਰ ਦੀ ਵੀ ਗੱਲ ਕਰਦੇ ਹਾਂ। ਜੇ ਧਿਆਨ ਨਾਲ ਤੁਸੀਂ ਦੇਖੋ, ਥੋੜ੍ਹਾ ਕੇਸਿੰਗ ਨੂੰ ਥੋੜ੍ਹਾ ਜਿਹਾ ਸੱਜੇ ਪਾਸੇ ਖੱਬੇ ਪਾਸੇ ਰੱਖ ਦਿੰਦੇ ਹਾਂ, ਅਤੇ ਇਹਦਾ ਜਿਹੜਾ ਨਾ ਆਹ ਜਿਹੜਾ ਡਿਜ਼ਾਈਨ ਤੁਸੀਂ ਬੁਲਟ 'ਤੇ ਦੇਖੋ, ਹਲਕਾ ਜਿਹਾ ਤੁਸੀਂ ਦੇਖੋਗੇ ਨਾ, ਇਹਦੀ ਜਿਹੜੀ ਟੇਲ ਉਹਨੂੰ ਥੋੜ੍ਹਾ ਜਿਹਾ ਘੁਮਾਉਦਾਰ ਦਿੱਤਾ ਹੋਇਆ। ਅਤੇ ਇਹਦੀ ਵੀ ਦੇਖਦੇ ਹਾਂ ਆਪਾਂ, ਇਹਨੂੰ ਜ਼ਿਆਦਾ ਘੁਮਾਓ ਹੈ, ਇਹਨੂੰ ਕਿਹਾ ਜਾਂਦਾ ਬੋਟ ਟੇਲ ਡਿਜ਼ਾਈਨ। ਅਤੇ ਪਿੱਛੇ ਜਿਵੇਂ ਹਲਕਾ ਜਿਹਾ ਘੁਮਾ ਕੇ ਨਾ ਘੱਟ ਕੀਤਾ ਗਿਆ ਡਾਇਮੀਟਰ ਨੂੰ ਬੋਟ ਟੇਲ ਡਿਜ਼ਾਈਨ ਕਿਹਾ ਜਾਂਦਾ। ਇਹ ਵੀ ਐਰੋਡਾਇਨਾਮਿਕਸ 'ਚ ਹੈਲਪ ਕਰਦਾ। ਹੁਣ ਜਿਹੜੇ ਬੁਲਟ ਹੁੰਦੇ ਨੇ ਇਹ ਫੁੱਲ ਮੈਟਲ ਜੈਕਟ ਹੈ, ਹੋਲੋ ਪੁਆਇੰਟ ਮਿਲ ਜਾਂਦੇ ਨੇ। ਹੋਲੋ ਪੁਆਇੰਟ ਅੱਗੇ ਤੋਂ ਖੁੱਲ੍ਹਾ ਹੁੰਦਾ ਮੂੰਹ ਜਿਹਾ, ਅਤੇ ਉਹਦਾ ਫਾਇਦਾ ਇਹ ਹੁੰਦਾ ਉਹ ਜ਼ਿਆਦਾ ਐਕਸਪੈਂਡ ਕਰਦਾ ਟਿਸ਼ੂ 'ਚ ਵੜ ਕੇ। ਹੋਰ ਅੱਡ ਅੱਡ ਤਰੀਕੇ ਦੇ ਬਣਤਰ ਨੇ, ਜਿਹਦੇ ਵਿੱਚ ਕੋਰ ਤੁਹਾਡਾ ਬੁਲਟ ਦਾ ਹੰਟਿੰਗ ਬੁਲਟ ਹੁੰਦੇ ਨੇ ਉਹਦਾ ਅੱਡ ਤਰੀਕੇ ਨਾਲ ਬਣਾਇਆ ਜਾਂਦਾ, ਅਤੇ ਬਾਹਰ ਕਈ ਵਾਰ ਮੈਟਲ ਜੈਕਟ ਅੱਡ ਹੁੰਦੀ ਹੈ, ਕਈਆਂ ਦਾ ਪੋਲੀਮਰ ਟਿਪ ਹੁੰਦੀ ਹੈ। ਉਹਨਾਂ ਦੇ ਹਰ ਕਿਸੇ ਦੇ ਅੱਡ ਅੱਡ ਫਾਇਦੇ ਨੁਕਸਾਨ ਨੇ, ਉਹ ਇੱਕ ਅਲੱਗ ਆਪਣੇ ਵਿੱਚ ਇੱਕ ਸਾਇੰਸ ਹੈ। ਪਰ ਜਿਹੜੇ ਫੌਜੀ ਜ਼ਿਆਦਾਤਰ ਇਹ ਵਰਤਦੇ ਨੇ ਆਹ 5.56 ਦਾ 62 ਗ੍ਰੇਨ ਦਾ ਨੈਟੋ ਰਾਊਂਡ, ਅਤੇ 147 ਦਾ ਆਪਾਂ 122 ਗ੍ਰੇਨ ਦਾ ਫੁੱਲ ਮੈਟਲ ਜੈਕਟ ਵਿਦ ਮਾਈਲਡ ਸਟੀਲ ਕੋਰ। ਅਤੇ ਚਲੋ ਸਿੰਘੋ ਆ ਜਾਓ, ਹੁਣ ਤੁਹਾਨੂੰ ਰੇਂਜ 'ਤੇ ਲੈ ਕੇ ਚੱਲਦੇ ਹਾਂ, ਅਤੇ ਉੱਥੇ 7.62 ਦਾ ਰਾਊਂਡ ਫਾਇਰ ਕਰਾਂਗੇ, ਉਹੀ 550 ਯਾਰਡ 'ਤੇ ਲੱਗੇ ਸਟੀਲ ਟਾਰਗੇਟ 'ਤੇ। ਅਤੇ ਤੁਸੀਂ ਇਸ ਵਾਰ ਖਿਆਲ ਰੱਖਿਓ, ਜਿਹੜਾ ਬੁਲਟ ਦਾ ਟਰੇਸ ਨੂੰ ਧਿਆਨ ਨਾਲ ਦੇਖਿਓ। ਹੁਣ ਦੇਖਿਓ ਬੁਲਟ ਦੀ ਡਰੋਪ ਦੇਖਿਓ ਤੁਸੀਂ ਇਸ ਕੇਸ ਵਿੱਚ, ਇਹਦੇ ਵਿੱਚ ਬੁਲਟ ਕਿੰਨਾ ਥੱਲੇ ਡਿੱਗਦਾ, ਕਿੰਨੀ ਉੱਤੋਂ ਆਊਗਾ ਬੁਲਟ। ਪਹਿਲਾਂ ਜਦ 5.56 ਅਸੀਂ ਫਾਇਰ ਕੀਤਾ ਸੀ ਅਤੇ ਬਹੁਤ ਥੱਲੇ ਤੋਂ ਹੀ ਫਲੈਟ ਸੀ ਜਿਹੜਾ ਟਰੇਸ, ਪਰ ਹੁਣ ਤੁਹਾਨੂੰ ਜਿਹੜਾ ਟਰੇਸ ਹੈ ਬਹੁਤ ਉੱਤੋਂ ਤੋਂ ਥੱਲੇ ਨੂੰ ਡਿੱਗਦਾ ਹੋਇਆ ਨਜ਼ਰ ਆਊਗਾ। ਚਲੋ ਆਹ ਲਓ ਜੀ ਸਿੰਘੋ, ਅਸੀਂ ਰੇਂਜ 'ਤੇ ਆ ਗਏ ਹਾਂ। ਆਹ ਜਿਹੜਾ ਸਟੀਲ ਟਾਰਗੇਟ ਲੱਗਾ, ਜਿਹਦੇ ਵਿੱਚ ਆਹ ਸੰਤਰੀ ਰੰਗ ਦੀ ਲਾਈਨ ਲੱਗੀ ਵੀ ਹੈ, ਇਹਦੇ 'ਤੇ 7.62 ਦਾ ਬੁਲਟ ਫਾਇਰ ਕਰਾਂਗੇ। ਅਤੇ ਤੁਸੀਂ ਟਰੇਸ ਨੂੰ ਦੇਖਿਓ, ਟਰੇਸ ਜਿਹੜਾ ਹੈਗਾ ਤਕਰੀਬਨ ਇੱਕ ਟਾਰਗੇਟ ਉੱਚਾ ਆਊ, ਜਿੰਨਾ ਟਾਰਗੇਟ ਲੱਗਾ ਇਹਦੀ ਡਬਲ ਹਾਈਟ ਕਰ ਲਓ, ਅਤੇ ਉੱਥੇ ਦੇਖੋ, ਉੱਥੇ ਤੁਹਾਨੂੰ ਟਰੇਸ ਨਜ਼ਰ ਆਊਗਾ ਬੁਲਟ ਦਾ। ਇਹ ਆਹ ਦੇਖਿਆ ਟਰੇਸ ਕਿੰਨਾ ਉੱਤੋਂ ਆਇਆ ਅਤੇ ਫਿਰ ਥੱਲੇ ਡਿੱਗਦਾ। ਹੁਣ ਫਿਰ ਦੇਖਿਆ, ਆਹ ਦੇਖੋ ਟਰੇਸ। ਇਹਨੂੰ ਤੁਸੀਂ ਯਾਦ ਕਰੋ ਜਦ 5.56 ਦਾ ਕਿੰਨਾ ਫਲੈਟ ਸੀ। ਆਹ ਇੱਕ ਹੋਰ
ਚਲੋ ਸਿੰਘੋ, ਦਾਸ ਨੂੰ ਹੁਣ ਦਿਓ ਇਜਾਜ਼ਤ। ਆਸ ਕਰਦਾ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਇਸੇ ਨਾਲ ਫਤਿਹ ਬੁਲਾਉਂਦੇ ਗੱਜ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਸ਼ਿੱਦਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ, ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਤਾਰ ਦਾ, ਬੱਤੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜ ਕੇ। ਗੋਬਿੰਦ ਹੀ ਹੈ ਸਾਡਿਆਂ ਆਜ਼ਾਦ ਸਾਹਾਂ ਦੀ ਲੜੀ, ਗੋਬਿੰਦ ਹੀ ਸਾਡੀ ਜ਼ੁਬਾਨ ਦਾ ਸਭ ਤੋਂ ਸੁੱਚਾ ਵਾਕ ਹੈ। ਗੋਬਿੰਦ ਹੀ ਹੈ ਸਾਡਿਆਂ ਆਜ਼ਾਦ ਸਾਹਾਂ ਦੀ ਲੜੀ, ਗੋਬਿੰਦ ਹੀ ਸਾਡੀ ਜ਼ੁਬਾਨ ਦਾ ਸਭ ਤੋਂ ਸੁੱਚਾ ਵਾਕ ਹੈ। ਜਦ ਵੀ ਹੈ ਆਉਣਾ